ਜਦੋਂ ਲੰਘੇ ਕੱਲ ਰਵਨੀਤ ਸਿੰਘ ਬਿੱਟੂ ਨੇ ਸਾਫ਼ ਲਫ਼ਜ਼ਾਂ 'ਚ ਇਹ ਕਹਿਤਾ ਵੀ ਗੱਠਜੋੜ ਤਾਂ ਹੋ ਕੇ ਰਹੇਗਾ, ਜਿਹਨੂੰ ਨਹੀਂ ਚੰਗਾ ਲੱਗਦਾ ਉਹ ਛੱਡ ਕੇ ਚਲੇ ਜੇ ਕਾਂਗਰਸ, ਤਾਂ ਇਹਦੇ ਅਰਥ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ ਨਾਲ ਜਾ ਜੁੜਦੇ ਆ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਉਹ ਕਾਂਗਰਸੀ ਜਿਹੜੇ ਸਟੇਟ ਪੋਲਿਟਿਕਸ ਵਿੱਚ ਹੈ, ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਧਰਾਤਲ ਗਵਾਚ ਜੂ, ਸਾਡੀ ਜ਼ਮੀਨ ਖੁੱਸ ਜੂ ਸਿਆਸੀ। ਪਰ ਜਿਹੜੇ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਚਾਹੁੰਦੇ ਨੇ, ਸਿਟਿੰਗ ਐਮਪੀ ਜਾਂ ਜਿਹੜੇ ਚੋਣਾਂ ਲੜਨ ਦੇ ਇਸ਼ੁਕ ਆ, ਉਹ ਕਹਿੰਦੇ ਆ ਵੀ ਦਿਨੋਂ ਰਾਤੋਂ ਦਿਨ ਨਾ ਚੜੇ, ਸਾਡੀ ਪਹਿਲਾਂ ਹੀ ਜਿਹੜੀ ਗੱਠਜੋੜ ਦੀ ਗੱਲ ਤੁਰ ਪਏ, ਸੀਟਾਂ ਪੱਕੀਆਂ ਹੋ ਜਾਣ, ਪਾਰਲੀਮੈਂਟ 'ਚ ਬੈਠੇ ਨਜ਼ਰ ਆਈਏ। ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਲਗਭਗ ਹਾਸ਼ੀਏ ਤੇ ਚਲੇਗੀ। ਨਵਜੋਤ ਸਿੰਘ ਸਿੱਧੂ ਰੈਲੇਵੈਂਟ ਨਹੀਂ ਰਹੇ 2027 ਕਿਹਨੇ ਦੇਖਿਆ, ਲੇਕਿਨ ਜਦੋਂ ਉਹ ਕਾਂਗਰਸ ਹਾਈ ਕਮਾਂਡ ਦੇ ਹੱਕ ਵਿੱਚ ਗੱਲ ਕਰਦੇ ਆ ਤਾਂ ਅਚੰਭਾ ਹੁੰਦਾ। ਲੇਕਿਨ ਸਿਆਸੀ ਪੰਡਤ ਇਹ ਮੰਨਦੇ ਆ ਕਿ ਨਵਜੋਤ ਸਿੰਘ ਸਿੱਧੂ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੁੰਦੇ, ਭਾਵੇਂ ਅੰਮ੍ਰਿਤਸਰ ਤੋਂ ਚਲੇ ਜਾਣ ਤੇ ਭਾਵੇਂ ਪਟਿਆਲੇ ਤੋਂ। ਹਾਲਾਂਕਿ ਨਵਜੋਤ ਸਿੰਘ ਸਿੱਧੂ ਅਕਸਰ ਆਪਣੀ ਘਰਵਾਲੀ ਲਈ ਐਡਵੋਕੇਸੀ ਕਰਦੇ ਆ ਕਿ ਉਹ ਲੜਨਗੇ, ਪਰ ਜਾਣਨ ਵਾਲੇ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਪਾਰਲੀਮੈਂਟ ਵਿੱਚ ਪਹੁੰਚਣਾ ਹੀ ਨਹੀਂ ਚਾਹੁੰਦੇ। ਉਹ ਸਮਝਦੇ ਆ ਕਿ ਜੇਕਰ ਇੰਡੀਆ ਗੱਠਜੋੜ ਦੇ ਤਹਿਤ ਮੋਦੀ ਸਰਕਾਰ ਦੀ ਪਟਕਣੀ ਲੱਗ ਜਾਏ ਜਾਂ ਗੋਡੀ ਲਵਾਤੀ ਜਾਏ ਤਾਂ ਪੰਜਾਬ ਵਿੱਚੋਂ ਮੰਤਰੀ ਬਣਨ ਵਾਲਿਆਂ 'ਚ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਜੇ ਉਹ ਬਣ ਜਾਂਦੇ ਆ ਤੇ ਉਹਨਾਂ ਦਾ ਨੰਬਰ 1 ਤੇ ਰਹੂਗਾ। ਸੋ ਇਸੇ ਫਹਿਰਿਸਤ ਵਿੱਚ ਦੂਜੇ ਵਜ਼ੀਰ ਰਵਨੀਤ ਸਿੰਘ ਬਿੱਟੂ ਬਣ ਗਏ ਨੇ ਕੱਲ ਦੇ। ਉਹਨਾਂ ਨੇ ਜਿਸ ਤਰ੍ਹਾਂ ਦੀ ਲੜਾਈ ਇਹ ਤੋਰੀ ਆ, ਇਹ ਕਾਫੀ ਅਹਿਮ ਆ। ਵੈਸੇ ਤਾਂ ਇਸ ਗੱਠਜੋੜ ਨੂੰ ਲੈ ਕੇ ਰਾਘਵ ਚੱਡਾ ਨੇ ਵੀ ਬੜਾ ਸਾਫ਼ ਕਿਹਾ ਕਿ ਸਾਨੂੰ ਕੁਰਬਾਨੀਆਂ ਤਾਂ ਕਰਨੀਆਂ ਹੀ ਪੈਣਗੀਆਂ, ਛੋਟੇ ਮੋਟੇ ਹਿੱਤ ਪਾਸੇ ਰੱਖਣੇ ਪੈਣਗੇ। ਸੋ ਇਸ ਸਵਾਲ ਦੇ ਉੱਤੇ ਅੱਗੇ ਚੱਲਦੇ ਆ। ਦੂਜਾ ਸਵਾਲ, ਕੱਲ ਜਿਹੜੀ ਕੇਜਰੀਵਾਲ ਸਾਹਿਬ ਦੀ ਅੰਮ੍ਰਿਤਸਰ ਦੇ ਵਿੱਚ ਰੈਲੀ ਸੀ, ਉਹਦੇ ਤੋਂ ਬਾਅਦ ਇੱਕ ਮੀਟਿੰਗ ਸੀ ਜਿਹੜੀ ਗੈਰ ਰਸਮੀ ਸੀ। ਕੇਜਰੀਵਾਲ ਸਾਹਿਬ ਜਦੋਂ ਬੋਲਣ ਲੱਗਦੇ ਆ ਤਾਂ ਪਿਛਲੀਆਂ 2-3 ਵਾਰੀਆਂ ਤੋਂ ਦੇਖਿਆ ਗਿਆ ਕਿ ਲੋਕ ਉੱਠ ਕੇ ਜਾਣੇ ਸ਼ੁਰੂ ਹੋ ਜਾਂਦੇ ਆ। ਕੱਲ ਇਸ ਮੁੱਦੇ ਤੇ ਚਰਚਾ ਹੁੰਦੀ ਰਹੀ ਕਿ ਭਗਵੰਤ ਮਾਨ ਸਾਹਿਬ ਨੂੰ ਸੁਣਨ ਤੋਂ ਬਾਅਦ ਰੈਲੀ ਦੇ ਵਿੱਚ ਬਹੁਤੇ ਲੋਕ ਨਿਕਲ ਗਏ। ਇਹ ਕੱਲ ਇਸ ਤਰ੍ਹਾਂ ਦੀਆਂ ਗੱਲਾਂ ਸ਼ਾਮ ਨੂੰ ਚੱਲਦੀਆਂ ਰਹੀਆਂ। ਸਰਕਾਰੀ ਮਸ਼ੀਨਰੀ ਤੇ ਹੋਰ ਦੁਰਵਰਤੋਂ ਦੀਆਂ ਗੱਲਾਂ ਬਹੁਤ ਚੱਲੀਆਂ ਨੇ। ਇੱਕ ਹੋਰ ਖਬਰ ਜਿਹੜੀ ਬਹੁਤ ਦਿਲਚਸਪ ਹੈ ਉਹ ਹੈਗੀ ਆ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੇ ਖਿਲਾਫ ਜਾਂਚ ਸ਼ੁਰੂ ਹੋਣ ਦੀ ਗੱਲ ਹੋਈ ਹੈ। ਵਿਜੀਲੈਂਸ ਦੇ ਸਰੋਤਾਂ ਤੋਂ ਸਾਨੂੰ ਸਮਝ ਆਇਆ ਕਿ ਇਹ ਜਾਂਚ ਲਈ ਮੁੱਢਲੀ ਪੁੱਛ ਪੜਤਾਲ ਸ਼ੁਰੂ ਹੋ ਚੁੱਕੀ ਆ। ਕਾਗਜ਼ ਫਰੋਲੇ ਜਾ ਰਹੇ ਆ, ਇਹ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਆ। ਗੱਲ ਅੱਗੇ ਤੁਰ ਪਈ। ਰਾਜਾ ਵੜਿੰਗ ਗੱਠਜੋੜ ਦੇ ਮੌਕੇ ਤੇ ਨੈਗੋਸੀਏਸ਼ਨ ਵੇਲੇ ਬਾਂਹ ਕੱਢ ਕੇ ਗੱਲ ਨਹੀਂ ਕਰ ਸਕਣਗੇ, ਇੰਜ ਲੱਗ ਰਿਹਾ। ਅੰਮ੍ਰਿਤਸਰ ਦੇ ਵਿੱਚ ਜਿੱਥੇ ਕੱਲ ਰੈਲੀ ਸੀ, ਉੱਥੋਂ ਅਕਾਲੀ ਦਲ ਨੂੰ ਝਟਕਾ ਲੱਗਿਆ। ਬੀਜੇਪੀ ਦੇ ਵਿੱਚ ਵੱਡੇ ਅਕਾਲੀ, ਮੈਂ ਵੱਡੇ ਇਸ ਕਰਕੇ ਕਹੂੰਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਾਂਝ ਤੋਂ ਤੁਰੇ ਆਉਂਦੇ ਇਹ ਅਕਾਲੀ ਪਰਿਵਾਰ ਜਾ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਆ ਔਰ ਇਹਨਾਂ ਨੇ ਇੱਕ ਵਾਰੀ ਫਿਰ ਇਹ ਰਾਹ ਖੋਲਿਆ। ਹੋਰ ਕਾਫੀ ਸਾਰੀਆਂ ਖਬਰਾਂ ਨੇ ਜਿਹੜੀਆਂ ਅੱਗੇ ਲਵਾਂਗੇ। ਇਹਦੇ ਵਿੱਚ 2 IAS ਅਫਸਰ ਸਸਪੈਂਡ ਕਰਨ ਤੋਂ ਬਾਅਦ 15 ਦਿਨ ਬੀਤ ਗਏ। ਹੁਣ ਤੱਕ ਕੇਂਦਰ ਨੂੰ ਇਸ ਸੰਬੰਧੀ ਰਿਕਾਰਡ ਭੇਜਿਆ, ਇਹਦੇ ਸੰਬੰਧੀ ਕੇਂਦਰ ਨੂੰ ਕੋਈ ਜਾਣਕਾਰੀ ਦਿੱਤੀ ਹੈ ਕਿ ਨਹੀਂ, ਇਹਦੇ ਉੱਤੇ ਵੀ ਗੱਲ ਕਰਦੇ ਆ। ਤੇ ਨੈਸ਼ਨਲ ਰਾਜਨੀਤੀ ਵਿੱਚ ਗੱਠਜੋੜਾਂ ਦੇ ਨਜ਼ਰੀਏ ਤੋਂ ਜਿਹੜੀਆਂ ਮੀਟਿੰਗਸ ਹੋਈਆਂ ਉਹਦਾ ਜ਼ਿਕਰ ਕਰਦੇ ਆ। ਇੰਦਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਜਾਣਦੇ ਆ ਕਾਂਗਰਸ ਦੀਆਂ ਸਟੇਟਮੈਂਟਸ ਤੇ। ਰਵਨੀਤ ਬਿੱਟੂ, ਇਸ ਤੋਂ ਪਹਿਲਾਂ ਜੇ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਦੇਖੀਏ, ਰਾਜਾ ਵੜਿੰਗ ਦੇ ਖਿਲਾਫ, ਇਹ ਸਾਰੀਆਂ ਗੱਲਾਂ ਨੂੰ ਇੱਕ ਲਾਈਨ ਦੇ ਵਿੱਚ ਤੋਰ ਲਈਏ। ਰੰਧਾਵਾ ਸਾਹਿਬ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਮੈਂ ਪੂਰੀ ਤਰ੍ਹਾਂ ਇਤਫਾਕ ਤਾਂ ਨਹੀਂ ਰੱਖਦਾ ਉਹਦੇ ਨਾਲ ਕਿ ਨਵਜੋਤ ਸਿੱਧੂ ਜਿਹੜਾ ਹੈ ਉਹ ਸੈਂਟਰਲ ਉਸ 'ਚ ਜਾਣਾ ਚਾਹੁੰਦਾ, ਕਿਉਂਕਿ ਉਹਦੇ ਕੋਲ ਪਹਿਲਾਂ ਵੀ ਇਹ ਆਪਸ਼ਨ ਸੀ ਪਰ ਉਹ ਨਹੀਂ ਗਿਆ ਕਦੀ। ਪਰ ਹਾਂ, ਇਹ ਹੈ ਕਿ ਹੁਣ ਉਹ ਇੱਕ ਨਵੀਂ ਰਾਹ ਜ਼ਰੂਰ ਤਲਾਸ਼ ਰਹੇ, ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ ਕਾਫੀ ਟਾਈਮ ਤੋਂ ਉਹ ਇੱਕ ਤਰ੍ਹਾਂ ਦਾ ਕਾਂਗਰਸ ਦੀ ਸਿਆਸਤ 'ਚ ਮਨਫੀ ਜਿਹੇ ਹੋਏ ਪਏ ਆ। ਉਹਨਾਂ ਕੋਲ ਕੋਈ ਅਹੁਦਾ ਨਹੀਂ ਹੈ, ਕੋਈ ਕੁਝ ਨਹੀਂ ਹੈ, ਕੋਈ ਹੁਣ ਪੁੱਛਦਾ ਵੀ ਨਹੀਂ ਹੈ। ਮਤਲਬ ਹੁਣ ਜਦ ਦੇ ਉਹ ਜੇਲ੍ਹ ਤੋਂ ਬਾਹਰ ਆਏ ਹੈ ਉਸ ਤੋਂ ਬਾਅਦ ਬਹੁਤ ਹੀ ਚੁੱਪ ਜਿਹੇ ਹੋ ਕੇ ਰਹਿ ਗਏ। ਬਹੁਤੇ ਹੁਣ ਮੁੱਦਿਆਂ ਤੇ ਟਿੱਪਣੀ ਵੀ ਨਹੀਂ ਕਰਦੇ, ਗਾਏ ਬਗਾਏ ਕਦੀ ਇੱਕ ਅੱਧ ਕਿਸੇ ਉਸ ਤੇ ਕਰ ਦੇਣ ਤਾਂ ਕਰ ਦੇਣ, ਜਿਵੇਂ ਕਿ ਇਸ ਤੇ ਕੀਤੀ ਸੀ। ਅਦਰਵਾਈਜ਼ ਉਹ ਬਹੁਤ ਹੀ ਚੁੱਪ ਜਿਹੇ ਹੋ ਕੇ ਬੈਠ ਗਏ ਹੈ, ਬਿਲਕੁਲ ਜਿਵੇਂ ਏਦਾਂ ਲੱਗਦਾ ਜਿਵੇਂ ਹਾਸ਼ੀਏ ਤੇ ਚਲੇ ਗਿਆ। ਮੈਨੂੰ ਇਹ ਜ਼ਿਆਦਾ ਲੱਗ ਰਿਹਾ ਕਿ ਉਹ ਜਿਹੜਾ ਸਟੈਂਡ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਦਾ ਹੈ, ਉਸ ਤੋਂ ਠੀਕ ਉਹਨਾਂ ਨੇ ਜਿਹੜਾ ਉਲਟਾ ਸਟੈਂਡ ਲਿਆ ਵੀ ਨਹੀਂ, ਸਾਰੀ ਦੀ ਸਾਰੀ ਜੋ ਵੀ ਡਿਸਾਈਡ ਹੋਏਗਾ ਉਹ ਹਾਈ ਕਮਾਂਡ ਕਰੇਗੀ, ਇਸ ਤੋਂ ਇਲਾਵਾ ਕੁਝ ਨਹੀਂ। ਅਸੀਂ ਤਾਂ ਸਿਰਫ ਸਿਪਾਹੀ ਹਾਂ ਤੇ ਸਿਪਾਹੀਆਂ ਦਾ ਕੰਮ ਜਿਹੜਾ ਹੁੰਦਾ ਉਹ ਅਨੁਸ਼ਾਸਨ 'ਚ ਰਹਿ ਕੇ ਲੜਨਾ ਹੁੰਦਾ। ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਕਿਉਂਕਿ ਨਵਜੋਤ ਸਿੱਧੂ ਹਮੇਸ਼ਾ ਤੋਂ ਹੀ ਸਟੇਟ ਪੋਲਿਟਿਕਸ ਕਰਨਾ ਚਾਹੁੰਦੇ ਰਹੇ। ਸੈਂਟਰ ਪੋਲਿਟਿਕਸ ਦੀ ਤਾਂ ਉਹਨਾਂ ਨੂੰ ਜਿਹੜੀ ਹੈਗੀ ਹੈ ਉਹ ਦਿੱਤੀ ਸੀਗੀ ਆਪਸ਼ਨ ਮੋਦੀ ਹੋਣਾ ਨੇ ਵੀ,
ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉੱਥੇ ਲੜ ਲਓ ਕਰਨਾਲ ਤੋਂ, ਚੰਡੀਗੜ੍ਹ ਤੋਂ ਲੜ ਲਓ, ਅਸੀਂ ਤੁਹਾਨੂੰ ਔਰ ਲੜਦੇ ਤਾਂ ਪੱਕੇ ਤੌਰ ਤੇ ਮਿਨਿਸਟਰ ਵੀ ਬਣਦੇ, ਕਿਉਂਕਿ ਚੌਥੀ ਵਾਰ ਦੇ MP ਬਣ ਜਾਣਾ ਸੀ ਉਹਨਾਂ ਨੇ। ਬਟ ਉਹਨਾਂ ਨੇ ਕਿਹਾ ਨਹੀਂ, ਮੈਂ ਤਾਂ ਸਟੇਟ ਪੋਲਿਟਿਕਸ ਹੀ ਕਰੂੰਗਾ। ਸਟੇਟ ਪੋਲਿਟਿਕਸ ਉੱਚ ਉਹਨਾਂ ਦੀ ਦਿਲਚਸਪੀ ਜ਼ਿਆਦਾ ਹੈ। ਜੇ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਉਹ ਵਾਪਸ ਸਿਆਸਤ 'ਚ ਆਉਣ ਲਈ ਇਸ ਕਿਸਮ ਦੀ ਸਿਆਸਤ 'ਚ ਕਰ ਰਹੇ ਨੇ ਕਿ ਪਹਿਲਾਂ ਚਲੋ ਇੱਕ ਵਾਰੀ ਸੈਂਟਰ 'ਚ ਚੱਲਦੇ ਆ, ਫਿਰ ਵਾਪਸੀ ਇੱਥੇ ਕਰ ਲਾਂਗੇ, ਤਾਂ ਗੱਲ ਵੱਖਰੀ ਹੈ। ਪਰ ਅਦਰਵਾਈਜ਼ ਉਹਨਾਂ ਦਾ ਸਟੈਂਡ ਜਿਹੜਾ ਹੁੰਦਾ ਉਹ ਸਟੇਟ ਪੋਲਿਟਿਕਸ ਕਰਨ ਦਾ ਹੀ ਹੁੰਦਾ ਹੈ। ਦੂਜਾ ਜਿਹੜਾ ਰਵਨੀਤ ਬਿੱਟੂ ਦਾ, ਬਿਲਕੁਲ ਤੁਸੀਂ ਠੀਕ ਹੈ। ਨਹੀਂ, ਜਦੋਂ ਗੱਲ ਤੋਰੀ ਹੈ ਨਾ, ਆਪਾਂ ਇਹਨੂੰ ਹੁਣ ਸਿਰੇ ਲਾ ਲਈਏ, ਭਾਸਕਰ ਸਾਹਿਬ ਨੂੰ ਵੀ ਸ਼ਾਮਲ ਕਰ ਲਈਏ। ਮੈਂ ਦੂਰਦਰਸ਼ਨ 'ਚ ਜਾਂਦਾ ਹੁੰਦਾ ਸੀ ਜੀ ਲਗਾਤਾਰ, ਔਰ ਦੂਰਦਰਸ਼ਨ ਦੇ ਜਿਹੜੇ ਸਭ ਤੋਂ ਅਹਿਮ ਪ੍ਰੋਗਰਾਮ ਸੀ ਅੱਜ ਦਾ ਮਸਲਾ, ਅੱਜ ਦਾ ਵਿਵਾਦ, ਉਹਦੇ ਵਿੱਚ ਪਾਰਟਿਸਿਪੇਟ ਕਰਦਾ ਸੀ। ਨਿਊਜ਼ ਰੀਡਰ ਵੀ ਸੀ, ਸ਼ਾਮ 7 ਵਜੇ ਪੌਣੇ 7 ਵਾਲੀਆਂ ਖਬਰਾਂ ਪੜ੍ਹਦਾ ਹੁੰਦਾ ਸੀ। ਪਰ ਹੌਲੀ ਹੌਲੀ ਸਮੇਂ ਨਾਲ ਬਦਲ ਜਾਂਦਾ। ਹੁਣ ਵੀ ਦੂਰਦਰਸ਼ਨ ਦੇ ਡਾਇਰੈਕਟਰ ਕਦੇ ਸੱਦਾ ਦਿੰਦੇ, ਮੋਹਬੰਤਾ ਸੱਦਾ ਨਹੀਂ ਜਾ ਹੁੰਦਾ, ਕਿਉਂਕਿ ਹੁਣ ਲੀਹਾਂ ਬਦਲ ਗਈਆਂ, ਤਰਜੀਹਾਂ ਬਦਲ ਗਈਆਂ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਸਟੇਟ ਦੀ ਪੋਲਿਟਿਕਸ ਕਰਨਾ ਚਾਹ ਰਹੇ ਸੀ। ਉਦੋਂ ਸਟੇਟ ਦੀ ਪੋਲਿਟਿਕਸ ਖੁੱਲੀ ਹੋਈ ਸੀ। ਹੁਣ ਉਹਨਾਂ ਸਟੇਟ ਦੀ ਪੋਲਿਟਿਕਸ ਕਰਕੇ ਦੇਖ ਲਿਆ। 27 ਤੱਕ ਉਹਨਾਂ ਕੋਲ ਕੋਈ ਦੂਜੀ ਆਪਸ਼ਨ ਨਹੀਂ। ਜਿਸ ਤਰ੍ਹਾਂ ਰਵਾਇਤੀ ਸਿਆਸਤ ਨੂੰ ਰੱਦ ਕੀਤਾ ਗਿਆ, ਨਵਜੋਤ ਸਿੰਘ ਸਟੇਟ ਪੋਲਿਟਿਕਸ ਵਿੱਚ ਪ੍ਰਵਾਨ ਚੜ ਸਕਣਗੇ ਕਿ ਨਹੀਂ, ਇਹ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜੇ ਹਿਰਦਾ ਪਰਿਵਰਤਨ ਹੁੰਦਾ ਹੀ ਰਹਿੰਦਾ। ਸਿੱਧੂ ਸਾਹਿਬ ਕਦੇ ਬਹੁਤ ਮੋਦੀ ਸਾਹਿਬ ਦੇ ਗੁਣ ਗਾਉਂਦੇ ਸੀ, ਲੇਕਿਨ ਫਿਰ ਉਹ ਇੱਧਰ ਆ ਗਏ। ਇੱਧਰ ਆਉਣ ਤੋਂ ਬਾਅਦ ਹੁਣ ਉਹ ਪੈਰਵਾਈ ਹੋਰ ਅੱਗੇ ਵੱਧ ਕਰ ਰਿਹਾ। ਮੈਨੂੰ ਲੱਗਦਾ ਭਾਸਕਰ ਸਾਹਿਬ, ਮਨ ਬਦਲਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਸੇ ਵੇਲੇ ਰੈਲੇਵੈਂਟ ਹੋਣ ਲਈ, ਅਗਲੇ ਸਾਲਾਂ ਦੇ ਵਿੱਚ ਤੁਸੀਂ ਪ੍ਰਭਾਵੀ ਬਣੇ ਰਹਿਣ ਲਈ ਪੈਂਤੜਾ ਬਦਲ ਦਿਓ, ਪੈਂਤੜਾ ਨਵਾਂ ਅਖਤਿਆਰ ਕਰ ਦਿਓ। ਸੋ ਦੋ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਦੀ ਫੈਮਿਲੀ ਕਾਂਗਰਸ ਨਾਲੋਂ ਦੂਰ ਹੋਣ ਤੋਂ ਬਾਅਦ ਪਟਿਆਲਾ ਖਾਲੀ ਪਿਆ, ਵੱਡਾ ਦਿਓ ਕਦ ਕੋਈ ਬੰਦਾ ਨਹੀਂ। ਤੇ ਅੰਮ੍ਰਿਤਸਰ ਨਵਜੋਤ ਸਿੰਘ ਸਿੱਧੂ ਲਈ ਆਪਣਾ ਕਰਮ ਖੇਤਰ ਰਿਹਾ ਹੀ ਆ, ਉਹ ਹੱਥ ਰੱਖਣਗੇ, ਉਹਨਾਂ ਨੂੰ ਮਨਾ ਕਿਸੇ ਨੇ ਨਹੀਂ ਕਰਨਾ। ਤੇ ਇਸ ਗੱਠਜੋੜ ਦੇ ਵਿੱਚ ਸੀਟਾਂ ਦੇ ਵਿੱਚ ਜੇਕਰ ਵੱਡੇ ਧਰੰਦਰ ਖੜੇ ਕੀਤੇ ਜਾਂਦੇ ਆ, ਤਾਂ ਫਿਰ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਦੋਵਾਂ ਚੋਂ ਇੱਕ ਜਗ੍ਹਾ ਤੇ ਲੜਨ ਲਈ ਕਿਹਾ ਜਾਊਗਾ, ਭਾਵੇਂ ਕਿ ਉਹ ਇਸ ਗੱਲ ਲਈ ਨਾ ਵੀ ਪਹਿਲਾਂ ਸ਼ੁਰੂ ਚ ਮੰਨਣ, ਮੈਂ ਤਾਂ ਘਰ ਵਾਲੀ ਨੂੰ ਲੜਾਉਣਾ ਹੈ। ਪਰ ਅਖੀਰ ਦੇ ਵਿੱਚ ਜੇਕਰ ਗੱਠਜੋੜ ਦੇ ਵਿੱਚ ਗੱਲ ਤੁਰਦੀ ਹੋਈ, ਤਾਂ ਗਾਂ ਵਜ਼ੀਰੀ ਮਿਲਣ ਦੀ ਚਾਹਤ ਵੀ ਹੋਵੇ ਮਨ ਚ, ਜਾਂ ਇੱਛਾ ਹੋਵੇ, ਜਾਂ ਬਣਦੀ ਹੋਵੇ ਗੱਲ, ਤੇ ਕੌਣ ਮਨਾ ਕਰਦਾ ਭਾਸਕਰ ਸਾਹਿਬ? ਇਹ ਸਾਡੇ ਆਪਣੇ ਉਹ ਸਿਆਸੀ ਜੇ ਕਿਆਫੇ ਨੇ, ਅਸੀਂ ਸਿੱਧੂ ਦੇ ਮਨ ਦੀ ਗੱਲ ਨਹੀਂ ਕਰ ਰਹੇ। ਕੀ ਕਹਿੰਦੇ ਹੋ? ਜਦ ਵੀ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਡਿਸਕਸ ਕਰਦੇ ਹਾਂ ਤਾਂ ਹਮੇਸ਼ਾ ਇਹੀ ਗੱਲ ਕਹਿੰਦੇ ਆ ਕਿ ਬੀਜੇਪੀ ਉਹਨਾਂ ਨੇ ਇਸ ਕਰਕੇ ਛੱਡੀ ਕਿਉਂਕਿ ਉਹ ਸਟੇਟ ਦੇ ਵਿੱਚ ਸਿਆਸਤ ਕਰਨਾ ਚਾਹੁੰਦੇ ਸੀ, ਕੇਂਦਰ ਦੇ ਵਿੱਚ ਨਹੀਂ। ਇਹ ਕਿਤੇ ਲਿਖਿਆ ਹੈ ਕਿ ਪੰਜਾਬ ਦੇ ਵਿੱਚ MP ਦੇ ਇਲੈਕਸ਼ਨ ਲੜਨ ਤੋਂ ਬਾਅਦ, MP ਬਣਨ ਤੋਂ ਬਾਅਦ ਉਹ ਸਟੇਟ ਦੀ ਪੋਲਿਟਿਕਸ ਨਹੀਂ ਕਰ ਸਕਦੇ, ਕਿਉਂਕਿ ਪੰਜਾਬ ਦੇ ਮੁੱਦਿਆਂ ਨੂੰ ਅਗਰ ਪਾਰਲੀਮੈਂਟ ਦੇ ਵਿੱਚ ਪੁਰਜ਼ੋਰ ਤਰੀਕੇ ਨਾਲ ਰੱਖਿਆ ਜਾਏ ਔਰ ਪੰਜਾਬ ਦੇ ਉਹਨਾਂ तमाम ਮੁੱਦਿਆਂ ਨੂੰ ਲੜਿਆ ਜਾਏ ਤੇ ਉਹ ਸਟੇਟ ਪੋਲਿਟਿਕਸ ਹੀ ਹੁੰਦੀ ਹੈ। ਹੁਣ ਗੱਲ ਇਹ ਖੜੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਦਿੱਤੀ ਹੋਈ ਸਟੇਟਮੈਂਟ ਅਲਾਈਅੰਸ ਦੇ ਖਿਲਾਫ ਦਿੱਤੇ ਹੋਏ ਬਿਆਨਾਂ ਦੇ ਬਿਲਕੁਲ ਅਪੋਜ਼ਿਟ ਇੱਕ ਬਿਆਨ ਦਿੱਤਾ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹਾਈ ਕਮਾਨ ਅਗਰ ਕੋਈ ਫੈਸਲਾ ਲੈਂਦੀ ਹੈ ਉਹ ਵੀ ਖਾਸ ਕਰਕੇ ਦੇਸ਼ ਦੇ ਹਿੱਤ ਦੇ ਵਿੱਚ, ਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਹੁਣ ਕੱਲ ਸੀਗੀ ਬਾਰੀ ਰਵਨੀਤ ਬਿੱਟੂ ਉਹਨਾਂ ਦੀ। ਹਾਲਾਂਕਿ ਰਵਨੀਤ ਬਿੱਟੂ ਉਹਨਾਂ ਹਮੇਸ਼ਾ ਤੋਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਖਿਲਾਫ ਸਟੇਟਮੈਂਟ ਦਿੰਦੇ ਨੇ। ਕੱਲ ਸੇਮ ਪੇਜ ਤੇ ਨਜ਼ਰ ਆਏ ਉਹ ਸਟੇਟਮੈਂਟ ਦੇ ਵਿੱਚ, ਔਰ ਉਸੇ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਨਵਜੋਤ ਸਿੱਧੂ ਉਹਨਾਂ ਨੂੰ ਵੀ ਨਿਸ਼ਾਨੇ ਤੇ ਬਣਾਇਆ ਹੈ ਕਿ ਜਦ ਉਹਨਾਂ ਨੇ ਹਾਈ ਕਮਾਨ ਦੇ ਲਿੱਤੇ ਹੋਏ ਫੈਸਲੇ, ਖਾਸ ਕਰਕੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਵਿਰੋਧ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕੀਤਾ ਸੀ, ਉਹਦਾ ਵੀ ਜ਼ਿਕਰ ਆਪਣੀ ਸਟੇਟਮੈਂਟ ਦੇ ਵਿੱਚ ਕੀਤਾ। ਪਰ ਨਿਸ਼ਾਨਾ ਮੁੱਖ ਤੌਰ ਤੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੀਗੇ। ਉਹਨਾਂ ਨੇ ਇਹ ਕਿਹਾ ਕਿ ਇਹ ਕਿੱਦਾਂ ਦੀ ਪੋਲਿਟਿਕਸ ਹੈਗੀ ਹੈ, ਜੇ ਮੈਂ MP ਹੈਗਾ ਕਾਂਗਰਸ ਦੀ ਬਦੌਲਤ ਹੈਗਾ, ਜੇ ਤੁਸੀਂ ਲੀਡਰ ਆਫ ਆਪੋਜੀਸ਼ਨ ਹੈਗੇ ਹੋ ਤੇ ਕਾਂਗਰਸ ਦੀ ਹਾਈ ਕਮਾਨ ਦੀ ਬਦੌਲਤ ਹੈਗੇ ਹੋ, ਜੇ ਤੁਸੀਂ ਪੰਜਾਬ ਦੇ PPCC ਦੇ ਪ੍ਰਧਾਨ ਹੈਗੇ ਹੋ ਤਾਂ ਵੀ ਤੁਸੀਂ ਕਾਂਗਰਸ ਦੀ ਬਦੌਲਤ ਹੋ। ਤਾਂ ਹਾਈ ਕਮਾਨ ਦੇ ਕਰਨ ਵਾਲੇ ਫੈਸਲੇ ਜਾਂ ਉਹ ਫੈਸਲੇ ਜਿਸ ਤਰਫ ਜਾ ਰਹੇ ਨੇ ਉਹਦਾ ਵਿਰੋਧ ਅਗਰ ਤੁਸੀਂ ਪਬਲਿਕ ਦੇ ਵਿੱਚ ਕਰ ਰਹੇ ਹੋ ਤਾਂ ਕਿਹਦਾ ਵਿਰੋਧ ਕਰ ਰਹੇ ਹੋ? ਜੇ ਤੇ ਵਾਕਈ ਤੁਸੀਂ ਉਸ ਗੱਲ ਦਾ ਵਿਰੋਧ ਕਰ ਰਹੇ ਹੋ ਔਰ ਜਦ ਪਾਰਟੀ ਦੇ ਸੀਨੀਅਰ ਲੀਡਰ ਖੜਗੇ ਸਾਹਿਬ ਤੋਂ ਲੈ ਕੇ ਰਾਹੁਲ ਗਾਂਧੀ, ਸੋਨੀਆ ਗਾਂਧੀ ਅਗਰ ਇੰਡੀਆ ਬਲਾਕ ਦੇ ਲੀਡਰਾਂ ਦੇ ਨਾਲ ਬੈਠੇ ਹੋਏ ਨੇ ਤੇ ਇਹ ਮੰਨ ਕੇ ਚੱਲੋ ਕਿ ਅੱਗੇ ਚੱਲ ਕੇ ਅਲਾਈਅੰਸ ਹੋਣਾ ਹੈ। ਜੇ ਵਿਰੋਧ ਕਰਨਾ ਤੇ ਰਿਜ਼ਾਈਨ ਦੇ ਦਿਓ। ਤੁਸੀਂ ਉਹਦੇ ਤੇ ਵੀ ਟਿਕੇ ਹੋਏ ਹੋ ਔਰ ਨਾਲ ਦੇ ਨਾਲ ਹਾਈ ਕਮਾਨ ਦੇ ਉਸ ਗਤੀਵਿਧੀਆਂ ਦਾ ਵੀ ਤੁਸੀਂ ਵਿਰੋਧ ਕਰ ਰਹੇ ਹੋ ਜੋ ਇੰਡੀਕੇਟ ਕਰ ਰਹੀ ਹੈ ਕਿ ਆਉਣ ਵਾਲੇ ਟਾਈਮ ਵਿੱਚ ਅਲਾਈਅੰਸ ਹੋ ਚੁੱਕੇਗਾ। ਰਵਨੀਤ ਬਿੱਟੂ ਉਹਨਾਂ ਤੋਂ ਇੱਕ ਕਦਮ ਅੱਗੇ ਚਲੇ ਗਏ। ਉਹਨਾਂ ਨੇ ਕਿਹਾ ਕਿ ਇਹ ਤਕਰੀਬਨ ਅਲਾਈਅੰਸ ਹੋ ਚੁੱਕਿਆ ਹੈ ਔਰ ਹੁਣ ਇਸ ਬਾਰੇ 'ਚ ਲੋਕਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਕਿਸੇ ਵੀ ਤਰੀਕੇ ਦਾ ਵਿਰੋਧ ਹੁੰਦਾ ਹੈ ਤੇ ਉਹ ਪਾਰਟੀ ਹਾਈ ਕਮਾਨ ਦਾ ਹੀ ਵਿਰੋਧ ਮੰਨਿਆ ਜਾਏ। ਇਹ ਸਾਰੀ ਗੱਲਾਂ ਦੇ ਉੱਤੇ ਕਾਂਗਰਸ ਦੇ ਵਿੱਚ ਇੱਕ ਰਫੜ ਜ਼ਰੂਰ ਪੈ ਗਿਆ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇਸ ਗੱਲ ਦੀ ਸਟੇਟਮੈਂਟ ਦਿੱਤੀ ਹੈ ਕਿ ਰਵਨੀਤ ਬਿੱਟੂ ਉਹਨਾਂ ਦਾ ਜਾਂ ਭਗਵੰਤ ਮਾਨ ਉਹਨਾਂ ਦਾ ਅਲਾਈਅੰਸ ਹੋ ਗਿਆ ਹੋਏ
ਪਰ ਸਾਡੀ ਹਾਈ ਕਮਾਨ ਨੇ ਹਜੇ ਤੱਕ ਆਪ ਦੇ ਨਾਲ ਕੋਈ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ ਗੱਲ ਮੁਕਾ ਦਿੱਤੀ ਗਈ ਹੋਏ ਸਾਨੂੰ ਕੋਈ ਫੈਸਲਾ ਨਹੀਂ ਆਇਆ। ਦੂਜੇ ਪਾਸੇ ਰਾਜਾ ਵੜਿੰਗ ਉਹਨਾਂ ਕਹਿੰਦੇ ਨੇ ਕਿ ਫੈਸਲੇ ਦੇ ਅਸੀਂ ਹਾਈ ਕਮਾਨ ਜੋ ਵੀ ਫੈਸਲਾ ਲਏਗਾ ਉਹਦੇ ਨਾਲ ਆ, ਪਰ ਹਜੇ ਤੱਕ ਇਸ ਅਲਾਈਅੰਸ ਦੀ ਸੂਚਨਾ ਸਾਨੂੰ ਨਹੀਂ ਮਿਲੀ। ਰਵਨੀਤ ਬਿੱਟੂ ਉਹਨਾਂ ਨੂੰ ਮਿਲ ਗਈ ਹੋਏ ਤੇ ਮਿਲ ਗਈ ਹੋਏ। ਇਹ ਇੱਕ ਕਾਂਗਰਸ ਦਾ ਇੰਟਰਨਲ ਫਾਈਟਿੰਗ ਕਹਿ ਲਓ ਜਾਂ ਬਿਕਰਿੰਗ ਕਹਿ ਲਓ, ਇਹ ਜ਼ਰੂਰ ਇਸ ਮੁੱਦੇ ਤੇ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲੇ ਕਿ ਇਹ ਗੱਲ ਗਾਂਹ ਲੰਘੇ, ਹਾਈ ਕਮਾਨ ਨੂੰ ਇੰਟਰਵੀਨ ਕਰਕੇ ਜਿੱਦਾਂ ਕਹਿੰਦੇ ਨਾ ਸੀਜ਼ ਫਾਇਰ, ਉਹ ਅਨਾਉਂਸ ਕਰਨਾ ਪਏਗਾ, ਨਹੀਂ ਤੇ ਇਹ ਗੱਲ ਬਹੁਤ ਅੱਗੇ ਨਿਕਲ ਜਾਏਗੀ। ਤੁਹਾਨੂੰ ਲੱਗਦਾ ਵੀ ਹਰੀਸ਼ ਚੌਧਰੀ ਨੂੰ ਮਿਊਟ ਤੋਂ ਲਾਉਣਾ ਪਏਗਾ? ਵੈਸੇ ਇੰਦਰਪ੍ਰੀਤ ਜੀ, ਕਿਉਂਕਿ ਤੁਸੀਂ ਤਾਂ ਚੰਡੀਗੜ੍ਹ 'ਚ ਰਿਪੋਰਟ ਕਰਦੇ ਹੋ ਤੇ ਇਹਨਾਂ ਸਾਰੇ ਬੰਦਿਆਂ ਨਾਲ ਗੱਲਬਾਤ ਕਰਦੇ ਰਹਿੰਦੇ ਹੋ, ਮੇਰਾ ਵੀ ਵਾਹ ਪੈਂਦਾ ਰਿਹਾ। ਮੈਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਸੀ, ਸੱਤਾ ਸੀ, ਤੇ ਉਦੋਂ ਦੇਖਿਆ ਸੀਗਾ ਕਿ ਪ੍ਰਤਾਪ ਸਿੰਘ ਬਾਜਵਾ ਔਰ ਰਵਨੀਤ ਸਿੰਘ ਬਿੱਟੂ ਕੇਂਦਰੀ ਲੀਡਰਸ਼ਿਪ ਦੇ ਬਹੁਤ ਨੇੜੇ ਸੀਗੇ ਦੋ ਪੱਖ ਤੋਂ। ਇੱਕ ਤਾਂ ਕੇਂਦਰੀ ਲੀਡਰਸ਼ਿਪ ਜਿਹੜੀ ਸੱਤਾ 'ਚ ਹੈ, ਅਮਿਤ ਸ਼ਾਹ ਜਾਂ ਬਾਕੀ ਜਦੋਂ ਵੀ ਮੀਟਿੰਗਾਂ ਹੁੰਦੀਆਂ ਸੀ, ਪਿਊਸ਼ ਗੋਇਲ ਨਾਲ ਕਿਸਾਨੀ ਬਿੱਲਾਂ ਤੇ ਗੱਲ ਹੋ ਰਹੀ ਸੀ, ਇਹਨਾਂ ਨੂੰ ਟਾਈਮ ਮਿਲ ਜਾਂਦਾ ਸੀ, ਦੂਜਿਆਂ ਨੂੰ ਘੱਟ ਮਿਲਦਾ ਸੀ। ਸੋ ਇਹ ਇੱਕੋ ਪੇਜ ਤੇ ਸੀਗੇ। ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ, ਵੈਸੇ ਜਿਹੜੀ ਹੁਣ ਸਿਚੁਏਸ਼ਨ ਬਣੀ ਆ ਇਹਦੇ ਵਿੱਚ ਤੁਸੀਂ ਗੱਲ ਕਰ ਰਹੇ ਸੀਗੇ ਰਾਜਾ ਵੜਿੰਗ ਦੀ ਵੀ ਨਾਲ, ਉੱਥੋਂ ਵੀ ਤੋਰ ਦਿਓ। ਅਗਲਿਆਂ ਨੇ ਰਾਜਾ ਵੜਿੰਗ ਨਾਲ ਸੰਬੰਧਿਤ ਉਹੀ ਗੱਲ ਜਿਹੜੀ ਮੁੱਖ ਮੰਤਰੀ ਨੇ ਸਟੇਜ ਤੋਂ ਕਹੀ ਸੀ, ਉਹਦੀ ਵਿਧੀਵਤ ਜਾਂਚ ਤੋਰ ਲਈ ਆ, ਉਹ ਵੀ ਗੱਲ ਤੋਰ ਦਿਓ। ਬਿਲਕੁਲ, ਜਿਹੜਾ ਭਾਸਕਰ ਸਾਹਿਬ ਨੇ ਵੈਸੇ ਤਾਂ ਬਹੁਤ ਕਲੀਅਰ ਸ਼ਬਦਾਂ 'ਚ ਕਹਿ ਹੀ ਦਿੱਤਾ ਹੈ ਕਿ ਜਿਹੜਾ ਰਵਨੀਤ ਬਿੱਟੂ ਹੋਰਾਂ ਦਾ ਬਿਆਨ ਹੈਗਾ, ਉਹਨੂੰ ਅਗਰ ਦੇਖਿਆ ਜਾਵੇ ਉਹ ਬਿਲਕੁਲ ਬੜਾ ਹਟਵਾਂ ਜਿਹਾ ਬਿਆਨ ਹੈ। ਇਸ ਕਿਸਮ ਦੇ ਬਿਆਨ ਦੀ ਰਵਨੀਤ ਬਿੱਟੂ ਤੋਂ ਆਸ ਨਹੀਂ ਕੀਤੀ ਇਹਦੀ। ਪਹਿਲਾਂ ਜਿੰਨੇ ਉਹਨਾਂ ਨੇ ਬਿਆਨ ਦਿੱਤੇ ਆ, ਉਹ ਕਈ ਵਾਰ ਏਦਾਂ ਲੱਗਦਾ ਹੁੰਦਾ ਸੀ ਵੀ ਉਹ ਜਿਹੜੀ ਭਾਜਪਾ ਲੀਡਰਸ਼ਿਪ ਦੇ ਕਹੇ ਤੇ ਬਿਆਨ ਦੇ ਰਹੇ, ਇਸ ਤਰ੍ਹਾਂ ਦਾ ਲੱਗਦਾ ਹੁੰਦਾ ਸੀ। ਮੈਂ ਆਪਣੀ ਤੌਰ ਤੇ ਕਹਿ ਰਿਹਾ, ਮਤਲਬ ਇਹ ਨਹੀਂ ਕਿ ਮੈਂ ਉਹਨਾਂ ਨੂੰ ਕਿਹਾ ਹੋਏ, ਮੈਂ ਆਪਣੇ ਤੌਰ ਤੇ ਕਹਿ ਰਿਹਾ ਕਿ ਲੱਗਦਾ ਸੀ ਇਸ ਤਰ੍ਹਾਂ ਦਾ। ਪਰ ਹੁਣ ਜਿਹੜਾ ਬਿਆਨ ਹੈ ਇਹ ਬਿਲਕੁਲ ਹੀ ਉਲਟਾ ਹੈ, ਯਾਨੀ ਕਿ ਸਿੱਧਾ ਸੈਂਟਰ ਦੀ ਜਿਹੜੀ ਪਾਰਟੀ ਹਾਈ ਕਮਾਨ ਹੈ ਇਹਨਾਂ ਦੀ ਕਾਂਗਰਸ ਦੀ, ਉਹਦੇ ਰਾਹੀਂ ਆਇਆ ਹੋਇਆ ਲੱਗਦਾ ਹੈ, ਜਿਸ ਤੋਂ ਮੈਨੂੰ ਇਹ ਲੱਗ ਰਿਹਾ ਕਿ ਕਾਂਗਰਸ ਇਹ ਬਹੁਤ ਸ਼ਿੱਦਤ ਨਾਲ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਗੱਠਜੋੜ ਸਾਡਾ ਹੋ ਜੇ ਤੇ ਪੰਜਾਬ ਦੇ ਵਿੱਚੋਂ ਘੱਟੋ ਘੱਟ ਅਸੀਂ ਜਿੰਨੀਆਂ ਮੈਕਸਿਮਮ ਸੀਟਾਂ ਲਿਆ ਕੇ ਇੰਡੀਆ ਵਾਲੀ ਸਰਕਾਰ ਉੱਥੇ ਬਣਾ ਸਕੀਏ, ਉਹ ਬਣਾ ਲਈਏ। ਉਹ ਇਸ ਕਰਕੇ ਵੀ ਕਿਉਂਕਿ ਇਹੀ ਮੈਨੂੰ ਲੱਗਦਾ ਕਾਂਗਰਸ ਕੋਲ ਸ਼ਾਇਦ ਹੁਣ ਇੱਕ ਲਾਸਟ ਮੌਕਾ ਹੈ, ਜਦੋਂ 10 ਸਾਲ ਦੀ ਐਂਟੀ ਇਨਕੰਬੈਂਸੀ ਵੀ ਪਈ ਹੈ ਐਨਡੀਏ ਦੀ, ਔਰ ਕਾਂਗਰਸ ਵੀ ਬਿਲਕੁਲ ਹਾਸ਼ੀਏ ਦੇ ਉੱਤੇ ਹੈ। 2 ਵਾਰ ਤੋਂ ਲਗਾਤਾਰ ਉਹ 50 ਸੀਟਾਂ ਦੇ ਆਸ-ਪਾਸ ਹੀ ਅਟਕੀ ਹੋਈ ਹੈ ਤੇ ਇਹ ਵੀ ਉਹਨਾਂ ਕੋਲੇ ਲਾਸਟ ਮੌਕਾ। ਜੇ ਮੈਨੂੰ ਲੱਗਦਾ ਕਿ ਇਹ ਮੌਕਾ ਵੀ ਖੁੰਝ ਗਏ ਤਾਂ ਇਹ ਜਿਹੜਾ ਫਿਰ ਕਾਡਰ ਹੁੰਦਾ ਹੈ ਉਹ ਸਾਰਾ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਜਾਂਦਾ ਹੈ ਤੇ ਫਿਰ ਤੁਹਾਡੇ ਕੋਲ ਕੁਝ ਰਹਿੰਦਾ ਨਹੀਂ। ਬਹੁਤ ਸਾਰੀਆਂ ਸਟੇਟਾਂ 'ਚ ਆਪਾਂ ਆਲਰੇਡੀ ਦੇਖ ਚੁੱਕੇ ਹਾਂ, ਯੂਪੀ, ਬਿਹਾਰ, ਵੈਸਟ ਬੰਗਾਲ, ਤੁਸੀਂ ਇਹ ਦੇਖ ਲਓ, ਸਾਰੀਆਂ ਸਟੇਟਾਂ ਇਦਾਂ ਦੀਆਂ ਨੇ ਜਿੱਥੇ ਕਾਂਗਰਸ ਨੇ ਇੱਕ ਛਤਰ ਰਾਜ ਕੀਤਾ ਹੈ ਔਰ ਅੱਜ ਉੱਥੇ ਉਹਨਾਂ ਦਾ ਕੋਈ ਨਾਮ ਲੈਵਾ ਟਾਈਪ ਵੀ ਤੁਸੀਂ ਕਹਿ ਸਕਦੇ ਹੋ ਹੈ ਨਹੀਂ ਗੇ, ਤੇ ਬਿਲਕੁਲ ਬੜੀ ਬੁਰੀ ਤਰ੍ਹਾਂ ਉੱਥੋਂ ਹਾਰਦੇ ਆ ਉਹ। ਜਦਕਿ ਇਹੀ ਤਿੰਨੋਂ ਸਟੇਟਾਂ ਜਿਹੜੀਆਂ ਨੇ ਉਹ ਮੇਨ ਨੇ, ਜਿਹੜੀਆਂ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਬਣੇਗੀ ਇਹ ਤੈਅ ਕਰਦੀਆਂ। ਸੋ ਹੁਣ ਤੁਸੀਂ ਗੱਲ ਕੀਤੀ ਸਟੇਟ ਪ੍ਰਧਾਨ ਸਾਹਿਬ ਦੀ, ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਜਦੋਂ ਇਹ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇਹਦਾ ਬਿਆਨ ਦਿੱਤਾ ਸੀਗਾ ਕਿ ਜਿਹੜੀ ਜੀਰਾ ਵਾਲੀ ਫੈਕਟਰੀ ਹੈ ਉਹਨੂੰ ਬੰਦ ਕੀਤਾ ਜਾ ਰਿਹਾ ਹੈ, ਤੁਰੰਤ ਹੀ ਇਸ ਤੇ ਸ਼ੁਰੂ ਹੋ ਗਈ ਕਾਰਵਾਈ। ਚੀਫ ਸੈਕਟਰੀ ਉਦੋਂ ਦੇ ਵੀਕੇ ਜੰਜੂਆ ਇਸ ਤੇ ਰਾਹ ਟਟੋਲਣ ਲੱਗੇ ਵੀ ਮੁੱਖ ਮੰਤਰੀ ਸਾਹਿਬ ਦਾ ਬਿਆਨ ਤਾਂ ਦਿੱਤਾ ਹੈ, ਹੁਣ ਇਹ ਬਿਆਨ ਨੂੰ ਪੂਰਾ ਕਿਵੇਂ ਕਰਨਾ ਹੈ। ਹੁਣ ਇਸੇ ਤਰ੍ਹਾਂ ਹੀ ਉਹ ਬਿਆਨ ਇੱਕ ਵਾਰੀ ਹੋਰ ਆਇਆ ਜਦੋਂ ਇੱਥੇ ਰਾਜਾ ਵੜਿੰਗ ਬਾਰੇ ਉਹਨਾਂ ਨੇ ਦਿੱਤਾ ਹੈ ਕਿ ਉਹਨਾਂ ਦਾ ਵੀ ਆ ਜਿਹੜਾ ਘੁਟਾਲਾ ਹੈਗਾ ਰਾਜਸਥਾਨ ਤੋਂ ਜਿਹੜੀਆਂ ਬੱਸਾਂ ਦੀਆਂ ਬੋਡੀਆਂ ਬਣਵਾਈਆਂ ਨੇ ਉਹ ਵਾਲਾ ਵੀ ਖੁੱਲ ਸਕਦਾ ਹੈ। ਤਾਂ ਤੁਸੀਂ ਸਮਝ ਸਕਦੇ ਹੋ ਜੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ ਤਾਂ ਵਿਜੀਲੈਂਸ ਐਕਟਿਵ ਹੋਣੀ ਤੈਅ ਹੀ ਹੈ। ਔਰ ਇਹ ਪਤਾ ਲੱਗਿਆ ਹੈ ਕਿ ਹਾਂ ਵਿਜੀਲੈਂਸ ਵਾਲੇ ਐਕਟਿਵ ਹੋ ਗਏ ਹੈ ਕਾਫੀ, ਔਰ ਸਾਰੀ ਤਿਆਰੀ ਕੀਤੀ ਜਾ ਰਹੀ ਹੈ ਵੀ ਕਿਸ ਤਰ੍ਹਾਂ ਉਹਨਾਂ ਨੂੰ ਬੁਲਾਇਆ ਜਾਣਾ ਹੈ, ਕਿ ਉਹ ਜਿਹੜੀ ਵੀ ਥਿਊਰੀ ਉਹ ਬਣਾਉਣਗੇ ਉਹ ਥਿਊਰੀ ਰਿਕਾਰਡ ਸਾਰਾ ਕੁਝ ਲੈ ਕੇ ਰਾਜਾ ਵੜਿੰਗ ਹੋਰਾਂ ਨੂੰ ਕਿਸ ਤਰ੍ਹਾਂ ਬੁਲਾਇਆ ਜਾਣਾ ਹੈ ਉਹਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ। ਤੁਸੀਂ ਠੀਕ ਕਹਿ ਰਹੇ ਹੋ ਕਿ ਵਿਜੀਲੈਂਸ ਦੇ ਸਰੋਤ ਇਹ ਪੁਖਤਾ ਕਰਦੇ ਨੇ ਕਿ ਜਾਂਚ ਪਹਿਲੇ ਕਦਮ ਤੋਂ ਦੂਜੇ ਕਦਮ ਵੱਲ ਚੱਲ ਪਈ। ਮਤਲਬ ਰਾਜਾ ਵੜਿੰਗ ਸਾਹਿਬ ਦਾ ਸਾਹ ਹੁਣ ਸੋਤਿਆ ਰਹੂਗਾ ਵੀ ਕਿੱਥੇ ਐਵੇਂ ਹੱਥ ਦੇ ਲਿਆ ਸੱਪ ਦੀ ਖੁੱਡ 'ਚ, ਵਾਹ ਚੰਗਾ ਤੁਰਿਆ ਜਾਂਦਾ ਸੀ। ਤੁਹਾਨੂੰ ਯਾਦ ਹੀ ਹੋਣਾ ਬਿਕਰਮ ਸਿੰਘ ਮਜੀਠੀਆ ਤਾਂ ਸਾਹਬ ਵੀ ਕਹਿੰਦੇ ਸੀ ਵੀ ਇਹਨਾਂ ਦੀ ਇੱਕ ਵੱਡੇ ਸਿੰਗਰ ਰਾਹੀਂ ਮੁੱਖ ਮੰਤਰੀ ਨਾਲ ਮੁੱਕ ਮਕਾ ਹੋ ਗਿਆ। ਇਹ ਕਿਹੋ ਜਿਹਾ ਮੁੱਕ ਮਕਾ? ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੇ ਬਿਕਰਮ ਮਜੀਠੀਆ ਨੂੰ ਝੂਠਾ ਪਾਉਣ ਲਈ ਕਿ ਰਾਜਾ ਵੜਿੰਗ ਨੂੰ ਕਟਾਰੇ 'ਚ ਲਿਆਉਣ ਲਈ ਇਹ ਤੀਰ ਬੜੇ ਚਲਾਏ ਜਾਂਦੇ। ਵੈਸੇ ਹੈ ਤਾਂ ਹਾਈਪੋਥੈਟਿਕਲੀ
ਵੈਸੇ ਤਾਂ ਤੁਸੀਂ ਕੱਲ ਵੀ ਕਿਹਾ ਸੀਗਾ ਕਿ ਜਿਹੜੀ ਇੱਕ ਮੰਤਰੀ ਤੇ ਆਈਐਸ ਵਿੱਚ ਗੇਮ ਆ, ਇਹਦੇ ਵਿੱਚ ਜੇ ਕਿਧਰੇ ਆਈਐਸ ਦਾ ਮਹਿਕਮਾ ਬਦਲਿਆ ਜਾਵੇ, ਇਹ ਹਾਈਪੋਥੈਟੀਕਲ ਹੈ। ਕੱਲ ਮੈਨੂੰ ਕੁਝ ਆਈਐਸ ਲੌਬੀ ਦੇ ਵਿੱਚੋਂ ਫੋਨ ਆਉਂਦੇ ਰਹੇ, ਕਈ ਵਾਰੀ ਅਫਸਰ ਮੰਤਰੀਆਂ ਦੇ ਮਹਿਕਮੇ ਬਦਲਾ ਦਿੰਦੇ। ਉਹਨਾਂ ਨੇ ਇੱਕ ਸਾਬਕਾ ਚੀਫ ਸੈਕਟਰੀ ਦਾ ਜ਼ਿਕਰ ਕਰਦਿਆਂ ਇੱਕ ਅਕਾਲੀ ਮੰਤਰੀ ਦਾ ਜ਼ਿਕਰ ਕੀਤਾ, ਅਖੇ ਜਨਮੇਜਾ ਸੇਖੋਂ ਨੂੰ ਇਰੀਗੇਸ਼ਨ ਛੱਡਣੀ ਪੈ ਗਈ ਸੀ ਇੱਕ ਮੌਕੇ ਤੇ, ਸ਼ਰਨਜੀਤ ਸਿੰਘ ਢਿੱਲੋਂ ਆ ਗਏ ਸੀ। ਇਸੇ ਤਰ੍ਹਾਂ ਦੇ ਇੱਕ ਹੋਰ ਇਨਸੀਡੈਂਟ ਦਾ ਜ਼ਿਕਰ ਹੁੰਦਾ ਰਿਹਾ ਵੀ ਇੱਕ ਸਾਬਕਾ ਕਾਂਗਰਸੀ ਮੰਤਰੀ ਤੇ ਹੁਣ ਦੇ ਸੈਕਟਰੀ ਹੀ ਰਹੀ। ਮਤਲਬ ਕਈ ਵਾਰੀ ਚੱਕ ਚਿਕਾ ਹੋ ਜਾਂਦੇ ਹੁੰਦੇ ਆ। ਦੋ ਤਿੰਨ ਹੋਰ ਇਨਸੀਡੈਂਟ, ਪਰ ਮੈਂ ਉਧਰ ਨਾ ਜਾਵਾਂ। ਮੈਂ ਇਹ ਕਹਿਣ ਲੱਗਿਆ ਕਿ ਬਾਜਵਾ ਸਾਹਿਬ ਹਾਈਪੋਥੈਟੀਕਲ ਹੈ ਕਿ ਬਾਜਵਾ ਸਾਹਿਬ ਇਹ ਤਾਂ ਜ਼ਰੂਰ ਸੋਚਦੇ ਹੋਣੇ ਆ ਕਿ ਯਾਰ ਮੈਂ ਨੈਸ਼ਨਲ ਪੋਲਿਟਿਕਸ ਚੋਂ ਸਟੇਟ ਵੱਲ ਆਇਆ ਸੀ, ਤੇ ਜੇ ਕੱਲ ਨੂੰ, ਕਿਉਂਕਿ ਮੈਂ ਬਿਲਕੁਲ ਭਵਿੱਖਬਾਣੀ ਨਹੀਂ ਕਰਦਾ, ਮੈਨੂੰ ਅਜੇ ਵੀ ਲੱਗਦਾ ਹੈ ਕਿ ਨਰਿੰਦਰ ਮੋਦੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਣੇ ਆ। ਮੇਰਾ ਇਹ ਮੰਨਣਾ ਹੈ ਕਿ ਉਹਨਾਂ ਨੇ ਬਣਾ ਜਾਣੀ ਹੈ। ਤੇ ਪਰ ਜੇਕਰ ਖੁਦਾ ਨਾ ਖਾਸਤਾ ਇਹ ਸਰਕਾਰ ਬਣ ਜੇ, ਸਿੱਧੂ ਜਾਂ ਰਵਨੀਤ ਬਿੱਟੂ ਜਾਂ ਕੋਈ ਹੋਰ ਜਦੋਂ ਸਹੁੰ ਚੁੱਕ ਰਹੇ ਹੋਣਗੇ, ਮੰਨ ਲਓ ਦੂਰ ਤੱਕ ਜਾ ਕੇ, ਇਹ ਨਾ ਸੋਚੋ ਕਿ ਮੈਂ ਕਹਿ ਰਿਹਾ, ਜੇ ਸਹੁੰ ਚੁੱਕ ਰਹੇ ਹੋਣਗੇ ਤੇ ਬਾਜਵਾ ਸਾਹਿਬ ਨੇ ਸੋਚਣਾ, ਲੈ ਦੱਸ ਮੁਕੱਦਰ, ਪਹਿਲਾਂ ਮੈਂ ਉੱਥੇ ਸੀ, ਉੱਥੇ ਕੱਖ ਨਹੀਂ ਬਣਿਆ, ਹੁਣ ਮੈਂ ਇੱਥੇ ਆਇਆ, ਇੱਥੇ ਕੱਖ ਨਹੀਂ ਬਣਿਆ। ਖੈਰ ਭਾਸਕਰ ਸਾਹਿਬ ਗੱਲ ਅੱਗੇ ਤੋਰ ਦਿਓ। ਗੱਲ ਇਹੀ ਰੈਲੀ ਵਾਲੀ ਜਿਹੜੀ ਕੱਲ ਕੇਜਰੀਵਾਲ ਸਾਹਿਬ ਦੀ ਰੈਲੀ ਸੀ, ਉੱਥੇ ਕਾਫੀ ਜ਼ਿਆਦਾ ਗਹਿਮਾ ਗਹਿਮ ਸੀ, ਗਰਮੀ ਬੜੀ ਸੀ, ਲੋਕ ਜਿਹੜੇ ਪੈਂਪਲੇਟ ਦਿੱਤੇ ਗਏ ਝੱਲਦੇ ਨਜ਼ਰ ਆ ਰਹੇ ਸੀਗੇ। ਔਰ ਸਭ ਤੋਂ ਸਤਮਜਰੀਪੀ ਕਿ ਜਦੋਂ ਸੁਪਰੀਮੋ ਬੋਲਣ ਲੱਗੇ ਲੋਕ ਉੱਠ ਕੇ ਤੁਰ ਪਏ। ਤਕਲੀਫ ਤਾਂ ਹੁੰਦੀ ਹੈ, ਬਣਦੀ ਹੈ ਤਕਲੀਫ। ਹੁਣ ਜੀ ਬਿਲਕੁਲ ਤਕਲੀਫ ਤੇ ਬਣਦੀ ਹੈ, ਔਰ ਤਕਲੀਫ ਇਸ ਕਰਕੇ ਵੀ ਬਣਦੀ ਹੈ ਜਦ तमाम ਕੋਸ਼ਿਸ਼ਾਂ ਤੋਂ ਬਾਅਦ, ਜਦ ਟੀਚਰਾਂ ਨੂੰ ਬੱਸਾਂ ਦੇ ਇੰਚਾਰਜ ਲਾਉਣ ਤੋਂ ਬਾਅਦ, ਪ੍ਰਿੰਸੀਪਲਾਂ ਨੂੰ ਨੋਡਲ ਆਫੀਸਰ ਲਾਉਣ ਤੋਂ ਬਾਅਦ ਫਿਰ ਵੀ ਕੁਰਸੀਆਂ ਖਾਲੀ ਰਹਿ ਜਾਣ, ਔਰ ਉਹ ਵੀ ਜਿੱਥੇ ਸੁਪਰੀਮੋ ਬੋਲਦੇ ਹੋਣ ਤੇ ਪੰਡਾਲ ਖਾਲੀ ਹੋਣ ਲੱਗ ਜਾਏ, ਇਹ ਤਕਲੀਫ ਤੇ ਬਣਦੀ ਹੈ। ਔਰ ਉਹ ਤਕਲੀਫ ਕੱਲ ਨਜ਼ਰ ਵੀ ਆਈ, ਕਿਉਂਕਿ ਜਿਸ ਗੁਪਤ ਮੀਟਿੰਗ ਦਾ, ਗੁਪਤ ਕੀ ਕਰੀਏ ਕਿ ਇਨਫਾਰਮਲ ਮੀਟਿੰਗ ਦਾ ਜ਼ਿਕਰ ਤੁਸੀਂ ਕੀਤਾ, ਉਸ ਮੀਟਿੰਗ ਦੇ ਵਿੱਚ ਵੀ ਇਹ ਮਸਲੇ ਉੱਠੇ ਕਿ ਕੀ ਕਾਰਨ ਹੈਗਾ ਕਿ ਜਦ ਭਗਵੰਤ ਮਾਨ ਬੋਲਦੇ ਆ, ਉਸ ਤੋਂ ਬਾਅਦ ਸੁਪਰੀਮੋ ਦੀ ਵਾਰੀ ਆਉਂਦੀ ਹੈ ਤੇ ਲੋਕੀ ਉੱਠ ਕੇ ਖੜੇ ਹੋ ਜਾਂਦੇ ਨੇ। ਇਹ ਗੱਲ ਕੇਜਰੀਵਾਲ ਉਹਨਾਂ ਨੂੰ ਵੀ ਜਾ ਕੇ ਵੱਜੀ, ਔਰ ਇਸ ਮੁੱਦੇ ਦੇ ਉੱਤੇ ਗੱਲਬਾਤ ਹੋਈ, ਸਿੱਟੇ ਤੱਕ ਪਹੁੰਚੀ ਨਹੀਂ ਪਹੁੰਚੀ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ। ਪਰ ਹਾਂ, ਕੱਲ ਕਈ ਸਰਪੰਚਾਂ ਦੇ ਇਹ ਫੋਨ ਆਉਂਦੇ ਰਹੇ ਕਿ ਉੱਥੇ ਦੇ BDPO ਨੇ ਬਕਾਇਦਾ ਸਾਈਨ ਕਰਕੇ ਚਿੱਠੀ ਲਿਖ ਕੇ ਸਰਪੰਚਾਂ ਨੂੰ ਇਹ ਹਿਦਾਇਤ ਦਿੱਤੀ ਕਿ ਬੱਸਾਂ ਆਣਗੀਆਂ ਭਰ ਦਿਓ, ਜੇ ਨਹੀਂ ਭਰ ਸਕੇ ਤੇ ਆਪ ਬਹਿ ਜਿਓ। ਔਰ ਉਸ ਤੋਂ ਬਾਅਦ ਇਸ ਨੂੰ ਬੜੀ ਅਤੀ ਆਵਸ਼ਕ ਸਮਝੇ, ਔਰ ਗੈਰ ਲਿਖਿਤ ਤਰੀਕੇ ਨਾਲ ਤੇ ਵਰਬਲੀ ਤੇ ਇੱਥੇ ਤੱਕ ਵੀ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਨੇ ਮਨਰੇਗਾ ਦੇ ਵਿੱਚ ਕੰਮ ਲੈਣਾ ਹੈ ਉਹ ਚੁੱਪ ਕਰਕੇ ਬੱਸਾਂ 'ਚ ਬਹਿ ਜਾਣ, ਨਹੀਂ ਤੇ ਫਿਰ ਮਨਰੇਗਾ ਦੇ ਵਿੱਚ ਉਹਨਾਂ ਦਾ ਨਾਂ ਕੱਟ ਦਿੱਤਾ ਜਾਏਗਾ। ਇਹ ਗੱਲ ਲਿਖਿਤ ਤੌਰ ਤੇ ਨਹੀਂ ਕੀਤੀ, ਪਰ ਕਈ ਸਰਪੰਚਾਂ ਨੇ ਇਹ ਕੰਪਲੇਂਟ ਕੀਤੀ। ਇੰਦਰਪ੍ਰੀਤ ਨੂੰ ਵਾੜ ਲਓ ਵਿੱਚ। ਹਾਂ ਜੀ ਇੰਦਰਪ੍ਰੀਤ ਜੀ, ਮੈਂ ਭਾਸਕਰ ਸਾਹਿਬ ਦੀ ਗੱਲ ਨੂੰ ਹੀ ਥੋੜਾ ਜਿਹਾ ਅੱਗੇ ਗੱਲ ਕਰਨ ਲੱਗੇ, ਮੈਂ ਕਿਹਾ ਚਲੋ ਇੱਕ ਵਾਰ ਪੂਰੀ ਤਾਂ ਕਰ ਲਓ ਭਾਸਕਰ ਸਾਹਿਬ, ਤੁਸੀਂ ਆਪਣੀ ਕੁਝ ਰਹਿੰਦਾ ਤਾਂ ਕਰ ਲਓ, ਫਿਰ ਮੈਂ ਕਰ ਲਵਾਂ ਕੋਈ ਨਾ। ਜਿੱਥੇ ਤੱਕ ਕੱਲ ਬਹੁਤ ਜ਼ਬਰਦਸਤ ਤਰੀਕੇ ਨਾਲ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਫੋਨ, ਸਰਪੰਚਾਂ ਦੇ ਫੋਨ, ਔਰ ਕਈ ਤੇ ਟੀਚਰ ਯੂਨੀਅਨਾਂ ਦਾ ਵੀ ਫੋਨ ਆਇਆ ਹੈ ਕਿ ਵੀ ਦੇਖੋ ਜੀ ਸਾਡੇ ਨਾਲ ਕੀ ਹੋ ਰਿਹਾ ਹੈ। ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਵਾਸਤੇ ਭੇਜਿਆ ਸੀ ਸਿੰਗਾਪੁਰ ਕਿ ਪੜ੍ਹਾਉਣ ਦੇ ਵਿੱਚ ਜਾਂ ਸਕੂਲ ਦੀ ਮੈਨੇਜਮੈਂਟ ਦੇ ਵਿੱਚ ਕੁਝ ਵਧੀਆ ਚੀਜ਼ਾਂ ਲੈ ਕੇ ਆਉਣਗੇ। ਹੁਣ ਪਤਾ ਲੱਗਿਆ ਕਿ ਬੱਸਾਂ ਦਾ ਚਾਰਜ ਕਿੱਦਾਂ ਸਾਹਮਣਾ ਹੈ, ਉਹ ਵੀ ਪ੍ਰਿੰਸੀਪਲਾਂ ਨੂੰ ਹੁਣ ਕਰਨਾ ਪੈ ਰਿਹਾ ਹੈ। ਔਰ ਹਜੇ ਟੀਚਰ ਡੇ ਦੇ ਉੱਤੇ ਭਗਵੰਤ ਮਾਨ ਉਹਨਾਂ ਕਹਿ ਕੇ ਹਟੇ ਨੇ ਕਿ ਟੀਚਰਾਂ ਨੂੰ ਟੀਚਰੀ ਤੋਂ ਇਲਾਵਾ ਕੋਈ ਵੀ ਡਿਊਟੀ ਨਹੀਂ ਦਿੱਤੀ ਜਾਏਗੀ। ਤੇ ਹਜੇ ਟੀਚਰ ਦੇ ਕਿੰਨੇ ਕੁ ਦਿਨ ਹੋਏ ਨੇ, ਹਜੇ ਤੇ ਮੇਰੇ ਖਿਆਲ 10 ਦਿਨ ਵੀ ਨਹੀਂ ਮੁੱਕੇ, ਤੇ ਉਹੀ ਟੀਚਰਾਂ ਨੂੰ ਕੰਡਕਟਰ ਬਣਾ ਕੇ ਤੁਸੀਂ ਰੈਲੀ ਵੱਲ ਤੋਰ ਰਹੇ ਹੋ। ਔਰ ਇੱਥੇ ਤੱਕ ਵੀ ਕਿਹਾ ਗਿਆ ਕਿ ਵੀ ਖਾਣ ਪੀਣ ਦਾ ਬੰਦੋਬਸਤ ਕਰਨਾ, ਜੇ ਕੋਈ ਵਾਲੰਟੀਅਰ ਖਾਣਾ ਖਾਣ ਤੋਂ ਮਨਾ ਕਰੇ ਤੇ ਉਹਦੇ ਮੂੰਹ 'ਚ ਬੁਰਕੀ ਵੀ ਤੁਸੀਂ ਪਾਣੀ ਹੈ। ਖੈਰ ਇਹ ਗੱਲ ਕਹੀ ਨਹੀਂ, ਪਰ ਇਹ ਮੰਨੀ ਜਾਂਦੀ ਹੈ ਕਿ ਏਦਾਂ ਦੇ ਹਾਲਾਤ ਦੇ ਵਿੱਚ ਟੀਚਰਾਂ ਵਾਸਤੇ ਤੁਸੀਂ ਕਿੱਦਾਂ ਦੇ ਕੰਮ ਲੈ ਰਹੇ ਹੋ, ਤੁਸੀਂ ਕਹਿੰਦੇ ਕੀ ਹੋ, ਕਰਦੇ ਕੀ ਹੋ। ਇਹ ਸਾਰੀ ਗੱਲਾਂ ਹੁਣ ਕੇਜਰੀਵਾਲ ਉਹਨਾਂ ਦੀ ਨਾਰਾਜ਼ਗੀ ਹੋ ਰਿਹਾ। ਕੱਲ ਉਹ ਜਦ ਸਕੂਲ ਆਫ ਐਮੀਨੈਂਸ ਦੇ ਵਿੱਚ ਭਾਸ਼ਣ ਦੇ ਰਹੇ ਸੀ ਇਨੋਗ੍ਰੇਸ਼ਨ ਦੇ ਟਾਈਮ ਵਿੱਚ, ਤੇ ਉੱਥੇ ਵੀ ਤੁਸੀਂ ਦੇਖਿਆ ਹੋਏਗਾ ਕਿ ਉਹ ਕਹਿੰਦੇ ਕਿ ਵਨ ਨੇਸ਼ਨ ਵਨ ਪੋਲ ਦੀ ਜਗ੍ਹਾ ਵਨ ਨੇਸ਼ਨ ਵਨ ਐਜੂਕੇਸ਼ਨ ਹੋਣੀ ਚਾਹੀਦੀ ਹੈ, ਵਨ ਨੇਸ਼ਨ ਵਨ ਹੈਲਥ ਸਿਸਟਮ ਹੋਣਾ ਚਾਹੀਦਾ ਹੈ। ਪਰ ਉਸ ਗੱਲ ਨੂੰ ਵੀ ਢੁਕਵੇਂ ਤਰੀਕੇ ਨਾਲ ਅੱਗੇ ਨਹੀਂ ਉਤਾਰਿਆ ਗਿਆ, ਕਿਉਂਕਿ ਗੁਰਜੀਤ ਔਜਲਾ ਜਿਹੜੇ ਅੰਮ੍ਰਿਤਸਰ ਦੇ MP ਹੈ, ਉਹ ਕਹਿੰਦੇ ਮੇਰੇ 10 ਲੱਖ ਰੁਪਏ ਦੇ ਫੰਡ ਨਾਲ ਇਹ ਜਿਹੜਾ ਸਕੂਲ ਆਫ ਐਮੀਨੈਂਸ ਬਣਾਇਆ ਇਹਦਾ ਲੈਂਟਰ ਤੇ ਮੇਰੇ 10 ਲੱਖ ਨਾਲ ਪਿਆ। ਤੇ ਹੁਣ ਇਨੋਗ੍ਰੇਸ਼ਨ ਵਾਸਤੇ ਕੇਜਰੀਵਾਲ ਸਾਹਿਬ ਆਏ ਨੇ। ਅੱਜ ਤੱਕ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਹੋਇਆ ਕਿ ਕਿਸੇ ਵੀ ਪਾਰਟੀ ਦਾ ਸੁਪਰੀਮੋ ਪੰਜਾਬ ਦੇ ਵਿੱਚ ਕਿਸੇ ਸਕੂਲ ਜਾਂ ਕਿਸੇ ਵੀ ਉਦਘਾਟਨ ਵਾਸਤੇ ਉਹ ਮੁੱਖ ਮੰਤਰੀ ਦੇ ਨਾਲ ਖੜੇ ਹੋ ਕੇ ਉਦਘਾਟਨ ਆਪ ਕਰੇ। ਪਰ ਕੇਜਰੀਵਾਲ ਉਹਨਾਂ ਨੇ ਨਵੀਂ ਰੀਤ ਪਾਤੀ ਹੈ, ਉਹ ਵੀ ਤਦ ਜਦੋਂ
ਪਿੱਛੇ ਵਾਲੀ ਕੁਰਸੀਆਂ, ਹਾਲਾਂਕਿ ਇੱਕ ਅਖਬਾਰ ਨੇ ਇਹ ਕੁਰਸੀਆਂ, ਖਾਲੀ ਕੁਰਸੀਆਂ ਦੀ ਖਬਰ ਛਾਪੀ ਹੈ, ਪਰ ਇਹ ਪੱਤਰਕਾਰ ਵੀ ਬੜੇ ਸਿਆਣੇ ਵੀ ਹੁੰਦੇ ਨੇ, ਸ਼ਰਾਰਤੀ ਵੀ ਹੁੰਦੇ ਨੇ। ਕਈ ਵਾਰ ਪਿੱਛੇ ਜਾ ਕੇ ਜਿਹੜੀ 5 7 10 15 ਕੁਰਸੀਆਂ ਹੁੰਦੀਆਂ ਉਹਦੀ ਫੋਟੋ ਖਿੱਚ ਕੇ ਉਹ ਭੇਜ ਦਿੰਦੇ ਨੇ, ਦੇਖੋ ਜੀ ਕੁਰਸੀਆਂ ਖਾਲੀ ਹੋਈਆਂ। ਇਹਦਾ ਤੋੜ ਤੇ ਹੁੰਦਾ, ਪਰ ਅਗਲੀ ਸਾਈਡ ਤੋਂ ਦੇਖੋ ਤਾਂ ਕੁਰਸੀਆਂ ਭਰੀ ਹੋਈ ਸੀ, ਪਰ ਖਾਲੀ ਸੀ, ਭਰੀ ਹੋਈ ਸੀ, ਇਸ ਚੀਜ਼ ਤੇ ਨਹੀਂ ਜਾਂਦੇ ਅਸੀਂ। ਲੇਕਿਨ ਇਹ ਗੱਲ ਸੱਚ ਹੈ ਕਿ ਜਦ ਕੇਜਰੀਵਾਲ ਉਹਨਾਂ ਭਾਸ਼ਣ ਆਪਣਾ ਸ਼ੁਰੂ ਕਰਦੇ ਨੇ ਤੇ ਉੱਥੇ ਕੁਰਸੀਆਂ ਖਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਔਰ ਅੱਜ ਸਨਅਤਕਾਰਾਂ ਨਾਲ ਜਦ ਕੇਜਰੀਵਾਲ ਉਹਨਾਂ ਮਿਲਣਗੇ, ਉਹਨਾਂ ਸਨਅਤਕਾਰਾਂ ਨੇ ਵੀ ਆਵਾਜ਼ ਉਠਾਈ ਹੈ ਕਿ ਵੀ ਪਿਛਲੇ ਮਹੀਨੇ ਆਪਾਂ ਕੁਝ ਡਿਮਾਂਡ ਕੀਤੀ ਸੀ, ਕੁਝ ਬਿਜਲੀ ਦੇ ਇਲੈਕਟ੍ਰਿਸਿਟੀ ਚਾਰਜਸ ਦੇ ਉੱਤੇ ਰਿਲੀਫ ਦੇਣ ਵਾਸਤੇ, MSME ਨੂੰ ਕੁਝ ਬੈਨੀਫਿਟਸ ਦੇਣ ਵਾਸਤੇ। ਉਹਦੀ ਗੱਲ ਵੀ ਅੱਜ ਕੇਜਰੀਵਾਲ ਸਾਡੇ ਨਾਲ ਕਰਨਗੇ ਕਿ ਨਹੀਂ ਕਰਨਗੇ, ਕਿੰਨਿਆਂ ਨੂੰ ਮਨਜ਼ੂਰੀ ਮਿਲ ਗਈ ਤੇ ਕਿੰਨਾਂ ਨੂੰ ਮਨਜ਼ੂਰੀ ਮਿਲ ਸਕਦੀ ਹੈ। ਅੱਜ ਜਲੰਧਰ ਹੈਗਾ ਤੇ ਕੱਲ ਮੋਹਾਲੀ ਹੈਗਾ, ਅੰਮ੍ਰਿਤਸਰ ਤੇ ਜਲੰਧਰ ਅੱਜ, ਲੁਧਿਆਣਾ ਮੋਹਾਲੀ ਕੱਲ। ਉਹਦੇ ਵਿੱਚੋਂ ਕੋਈ ਸਿੱਟਾ ਨਿਕਲ ਕੇ ਆਂਦਾ ਹੈ ਜਾਂ ਫਿਰ ਮੀਡੀਆ ਨੂੰ ਉੱਥੇ ਜਾਣ ਦਿੰਦਾ ਜਾਂਦਾ। ਇਹ ਵੀ ਇੱਕ ਬੜਾ ਇੱਕ ਸਵਾਲ ਬਣਿਆ ਹੋਇਆ ਮੀਡੀਆ ਕਰਮੀਆਂ ਵਾਸਤੇ ਵੀ। ਜੀ ਇੰਦਰਪ੍ਰੀਤ ਜੀ, ਸਵਾਲ ਤਾਂ ਜਿਹੜਾ ਕਈ ਵਾਰੀ ਉਠਾਤਾ ਜਾਂਦਾ ਹੈ, ਕੁਰਸੀਆਂ ਖਾਲੀ ਨਹੀਂ ਸੀ, ਪੰਡਾਲ ਤਾਂ ਭਰਿਆ ਸੀ, ਪੰਡਾਲ ਭਰਤਾ ਗਿਆ ਸੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਆ ਸਾਰੇ ਰੌਲੇ ਤਾਂ ਇਸੇ ਗੱਲ ਦੇ ਹੀ ਹੈ ਨਾ ਕਿ ਪੰਡਾਲ ਭਰਨ ਲਈ ਉਹੀ ਤਰੀਕੇ ਵਰਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ, ਸਾਰੇ ਜਿਹੜੇ ਹੁਣ ਤੱਕ ਦੇ ਮੁੱਖ ਮੰਤਰੀ ਪਿਛਲੇ 20-25 ਸਾਲਾਂ 'ਚ ਹੋਏ ਆ, ਜਿਹੜਾ ਉਹਨਾਂ ਨੇ ਤਰੀਕੇ ਵਰਤਿਆ ਇਹੀ ਭਗਵੰਤ ਮਾਨ ਨੇ ਦੇਖਿਆ। ਉਹ ਕਹਿੰਦੇ ਮੈਂ ਵੱਖਰਾ, ਮੈਂ ਆਮ ਕਰਦਾ, ਪਰ ਫਿਰ ਇਹ ਟ੍ਰੈਡੀਸ਼ਨ ਛੱਡ ਦੇਣੀਆਂ ਚਾਹੀਦੀਆਂ। ਮੈਨੂੰ ਲੱਗਦਾ ਭਗਵੰਤ ਮਾਨ ਕਿਤੋਂ ਵੀ ਬੋਲਣ ਉਹ ਹਰ ਘਰ ਤੱਕ ਪਹੁੰਚ ਜਾਂਦਾ ਤੇ ਕੇਜਰੀਵਾਲ ਕਿਤੋਂ ਵੀ ਕੋਈ ਸੁਨੇਹਾ ਪੰਜਾਬ ਲਈ ਲਾਉਣਗੇ ਸੋਸ਼ਲ ਮੀਡੀਆ ਤੇ, ਹਰ ਇੱਕ ਦੇ ਫੋਨ ਤੇ ਚਲੇ ਜਾਣਾ। ਮੈਨੂੰ ਲੱਗਦਾ ਏਡੇ ਤਾਮ-ਝਾਮ ਦੀ ਲੋੜ ਨਹੀਂ, ਬਦਲਣੇ ਚਾਹੀਦੇ ਤੌਰ ਤਰੀਕੇ। ਹਾਂ, ਪੰਡਾਲ ਭਰਿਆ ਹੋਇਆ ਸੀ, ਪਰ ਉਸ ਤੋਂ ਬਾਅਦ ਲੋਕ ਇੰਨੀ ਗਰਮੀ ਤੇ ਹੁਮਸ ਸੀ, ਕਿੰਨੀ ਦੇਰ ਬੈਠ ਸਕਦੇ ਆ। ਸਵੇਰੇ 8 ਵਜੇ ਦੇ ਬੰਦੇ ਇਕੱਠੇ ਕਰਨੇ ਸ਼ੁਰੂ ਕੀਤੇ ਪਿੰਡਾਂ ਚੋਂ, ਮਹੱਲਿਆਂ ਚੋਂ। ਉਹ ਪਹੁੰਚੇ ਜਾ ਕੇ ਜਦੋਂ 12-1 ਵਜੇ ਪਹੁੰਚਦੇ, ਇਧਰੋਂ ਇਹਨੂੰ ਫੜ ਲਾ, ਉਹਨੂੰ ਫੜ ਲਾ। ਉਸ ਤੋਂ ਬਾਅਦ ਇੰਨੀ ਹੁਮਸ ਭਰੀ ਗਰਮੀ ਦੇ ਵਿੱਚ ਤੁਸੀਂ ਉਹਨਾਂ ਨੂੰ 5 ਵਜੇ ਜਾ ਕੇ ਐਡਰੈਸ ਕਰੋਗੇ ਤਾਂ ਉਹ ਇਹੀ ਕਹਿਣਗੇ ਨਾ ਕਿ ਕੋਈ ਨਵੀਂ ਗੱਲ ਦੱਸੋ, ਸਾਨੂੰ ਦਿੱਤਾ ਕੀ ਆ ਤੁਸੀਂ। ਉਹਨਾਂ ਨੇ ਉੱਠ ਕੇ ਜਾਣਾ ਹੀ ਸੀਗਾ ਜਦੋਂ ਉਹੀ ਟ੍ਰੈਡੀਸ਼ਨਲ ਗੱਲਾਂ ਤੁਸੀਂ ਕੀਤੀਆਂ। ਸਵਾਲ ਇਸ ਗੱਲ ਦਾ ਹੈ ਕਿ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਅਹਿਮ ਹੋਟਲ ਦੇ ਵਿੱਚ ਇਹ ਮਾਮਲਾ ਉੱਠਿਆ, ਕਈ ਪੱਧਰਾਂ ਤੇ ਉੱਠਿਆ ਕਿ ਇਸ ਤਰ੍ਹਾਂ ਦੇ ਅੱਗੋਂ ਤੋਂ ਪ੍ਰਬੰਧ ਕੀਤੇ ਜਾਣ ਕਿ ਜਿਨ੍ਹਾਂ ਨੂੰ ਸੁਣਵਾਉਣ ਲਈ ਅਸੀਂ ਸਾਰੇ ਇਕੱਠੇ ਹੁੰਨੇ ਆ, ਉਹਨਾਂ ਦੋਨਾਂ ਦਾ ਰਾਬਤਾ ਨਹੀਂ ਹੁੰਦਾ। ਕੇਜਰੀਵਾਲ ਸਾਹਿਬ ਬੋਲ ਰਹੇ ਸੀ, ਲੋਕ ਜਾ ਰਹੇ ਸੀ, ਭਗਵੰਤ ਮਾਨ ਨੂੰ ਸੁਣ ਕੇ ਹੀ ਉੱਠ ਪਏ। ਇਹਦੇ ਸੁਨਾਹਾ ਕੁਝ ਹੋਰ ਜਾਂਦਾ, ਇਹਦਾ ਮੈਸੇਜ ਕੁਝ ਹੋ ਜਾਂਦਾ। ਇਹ ਗਲਤ ਗੱਲ ਆ। ਮੈਨੂੰ ਲੱਗਦਾ ਜ਼ਿੰਮੇਵਾਰੀਆਂ ਫਿਕਸ ਹੋਣਗੀਆਂ। ਹਾਂਜੀ ਇੰਦਰਪ੍ਰੀਤ ਜੀ। ਨਹੀਂ, 2-3 ਗੱਲਾਂ ਨੇ ਰੰਧਾਵਾ ਸਾਹਿਬ ਦੇ ਵਿੱਚ। ਦੇਖੋ, ਤੁਸੀਂ ਕਿਹਾ ਵੀ ਜਿਹੜੇ ਬੰਦੇ ਸਵੇਰੇ 8 ਵਜੇ ਤੋਂ ਚੱਲੇ ਹੋਏ ਨੇ ਦੂਰ ਦਰਾਡੇ ਦੇ ਏਰੀਆਜ਼ 'ਚ, ਜਦੋਂ ਤੁਸੀਂ 5 ਵਜੇ ਉਹਨਾਂ ਨੂੰ ਸੰਬੋਧਨ ਕਰ ਰਹੇ ਹੋ ਤਾਂ ਉਹਨਾਂ ਨੇ ਵਾਪਸ ਵੀ ਜਾਣਾ। ਇੱਕ ਤਾਂ ਇਹ ਵੀ ਬੜੀ ਦਿੱਕਤ ਹੁੰਦੀ ਹੈ। ਦੂਜੀ, ਅਸੀਂ ਖੁਦ ਵੀ ਬਹੁਤ ਸਾਲਾਂ ਤੋਂ ਰੈਲੀਆਂ ਕਵਰ ਕਰ ਰਹੇ ਹਾਂ। ਮੈਂ ਤਾਂ 96 ਤੋਂ ਇਦਾਂ ਦੀਆਂ ਰੈਲੀਆਂ ਕਵਰ ਕਰ ਰਿਹਾ। ਉਦੋਂ ਇਹ ਵੀ ਵੱਡੀ ਚਿੰਤਾ ਹੁੰਦੀ ਹੈ ਕਿ ਰੈਲੀ ਦੇ ਵਿੱਚੋਂ ਜਲਦ ਤੋਂ ਜਲਦ ਬਾਹਰ ਨਿਕਲਣਾ, ਕਿਉਂਕਿ ਇੰਨੇ ਵਹੀਕਲ ਹੁੰਦੇ ਆ ਉਸ ਟਾਈਮ। ਸੜਕਾਂ ਤੁਸੀਂ ਦੇਖੋ ਬਿਲਕੁਲ ਜਾਮ ਹੋ ਜਾਂਦੀਆਂ ਨੇ। ਤੇ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਗੱਡੀ ਮੈਂ ਜਾਂ ਤਾਂ ਇਹੋ ਜਿਹੇ ਥਾਂ ਤੇ ਲਾ ਲਾਂ ਕਿ ਜਿੱਥੇ ਜਲਦੀ ਨਿਕਲ ਸਕੇ। ਤੇ ਇਸ ਤਰ੍ਹਾਂ ਦੀ ਇੱਕ ਤਾਂ ਦਿੱਕਤ ਹੈਗੀ। ਦੂਜੀ, ਤੁਸੀਂ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਆ ਉਹ ਹੈਗੀ ਆ ਹੁਮਸ। ਦੇਖੋ, ਕੁਝ ਵੀ ਏਦਾਂ ਦੇ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੌਸਮ ਨੂੰ ਵੀ ਨਾਲ ਦੇਖੋ। ਮੌਸਮ ਤੇ ਬਹੁਤ ਕੁਝ ਡਿਪੈਂਡ ਹੁੰਦਾ। ਇਹੀ ਸਰਦੀ ਹੁੰਦੀ ਤਾਂ ਲੋਕਾਂ ਨੇ ਧੁੱਪ ਸੇਕਦੇ ਹੋਏ ਆਰਾਮ ਨਾਲ ਬੈਠੇ ਰਹਿਣਾ ਸੀ, ਕੋਈ ਚੱਕਰ ਨਹੀਂ ਸੀ। ਪਰ ਕੱਲ ਇੰਨੀ ਜ਼ਿਆਦਾ ਹੁਮਸ ਸੀ ਕਿ ਬੰਦੇ ਗਿਰ ਜਾਂਦੇ ਆ। ਬੰਦਿਆਂ ਆਖਿਰ ਬਈ ਅਸੀਂ ਸਾਰੇ ਹੈ ਤਾਂ ਹਿਊਮਨ ਬੀਇੰਗ ਹੀ ਹੈ ਨਾ। ਕਿੰਨਾ ਚਿਰ ਤੁਸੀਂ ਮਤਲਬ ਬੰਨ ਕੇ ਬਿਠਾ ਕੇ ਰੱਖ ਸਕਦੇ ਹੋ ਉੱਤੇ। ਹਰ ਬੰਦੇ ਰੈਲੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਕੱਠ ਭਰਿਆ ਹੋਇਆ ਰਹੇ। ਬਹੁਤ ਸਾਰੇ ਹਥਕੰਡੇ ਅਪਣਾਉਂਦੇ ਆ। ਬਹੁਤ ਸਾਰੇ ਪਹਿਲਾਂ ਤਾਂ ਕਵਿਸ਼ਰੀ ਲਗਾਉਂਦੇ ਸੀਗੇ, ਫਿਰ ਉਹ ਸਟੇਜਾਂ ਤੇ ਗਾਇਕ ਆਉਣ ਲੱਗ ਗਏ। ਹੁਣ ਗਾਇਕਾਂ ਨੂੰ ਹੁਣ ਇਹਨਾਂ ਨੇ ਤਾਂ ਘੱਟੋ ਘੱਟ, ਚਲੋ ਭਗਵੰਤ ਮਾਨ ਹੋਰਾਂ ਨੇ ਤਾਂ ਏਦਾਂ ਦਾ ਕੋਈ ਨਹੀਂ ਕੀਤਾ ਵੀ ਕੋਈ ਗਾਇਕ ਬੁਲਾਇਆ ਜਾਏ ਤੇ ਉਹਦੇ ਨਾਲ ਜਿਹੜਾ ਹੈਗਾ ਵੀ ਇਕੱਠ ਨੂੰ ਬੰਨ ਕੇ ਰੱਖਿਆ ਜਾ ਸਕੇ। ਇਸ ਤਰ੍ਹਾਂ ਦਾ ਤਾਂ ਨਹੀਂ ਕੀਤਾ। ਪਰ ਫਿਰ ਵੀ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਸਮੇਂ ਲਈ ਲੋਕਾਂ ਨੂੰ ਬਿਠਾਇਆ ਜਾ ਸਕਦਾ। ਇਹ ਠੀਕ ਹੈ, ਤੁਸੀਂ ਇਹਦੇ ਕੋਈ ਹੋਰ ਆਪਸ਼ਨਸ ਦੇਖਣੇ ਪੈਣੇ ਆ ਵੀ ਵੱਡੀ ਰੈਲੀ ਕਰਨ ਦੀ ਬਜਾਏ, ਜਿਸ ਤਰ੍ਹਾਂ ਸਨਅਤਕਾਰਾਂ ਨਾਲ ਵੱਡੇ ਜਿਹੜੇ ਹਜ਼ਾਰ ਕੈਪੈਸਿਟੀ ਦੇ ਮਤਲਬ ਮੈਰਿਜ ਪੈਲੇਸ ਮਿਲ ਜਾਂਦੇ ਅੱਜ ਕੱਲ, ਤੇ ਉੱਥੇ ਉਹ ਉਸ ਤਰ੍ਹਾਂ ਦੇ ਤਰੀਕੇਕਾਰ ਅਪਣਾਣੇ ਜ਼ਿਆਦਾ ਬੈਟਰ ਰਹਿਣਗੇ, ਕਿਉਂਕਿ ਉੱਥੇ ਚਲੋ AC ਲੱਗੇ ਹੁੰਦੇ ਆ, ਉੱਥੇ ਕੰਮ ਹੋ ਜਾਂਦਾ ਇਦਾਂ ਦਾ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਇਹ ਆਪਸ਼ਨਲ ਨੇ, ਵਿਕਲਪ ਹੋ ਸਕਦੇ ਆ ਹੁਣ ਇਦਾਂ ਦੇ ਕਿ ਜਦੋਂ ਅੱਜ ਇਸ ਤਰ੍ਹਾਂ ਦੇ ਗੱਲਾਂ ਚੱਲਣਗੀਆਂ ਵੀ ਯਾਰ ਉੱਠ ਕੇ ਨਹੀਂ ਜਾਣੇ ਚਾਹੀਦੇ ਬੰਦੇ, ਤਾਂ ਇਸ ਤਰ੍ਹਾਂ ਦੇ ਆਪਸ਼ਨ ਲੱਭੇ ਜਾਣਗੇ। ਦੂਜੀ ਗੱਲ ਜਿਹੜੀ ਭਾਸਕਰ ਸਾਹਿਬ ਨੇ ਕੀਤੀ ਗੱਲ ਕਿ ਵੀਡੀਓ ਨੇ ਚਿੱਠੀਆਂ ਲਿਖੀਆਂ ਸਰਪੰਚਾਂ ਨੂੰ ਕਿ ਭਰਨੀਆਂ ਨੇ। ਦੇਖੋ, ਇਹ ਕਿੰਨੀ ਦੁਖਾਂਤ ਹੈ ਸਾਡਾ ਇਹ
ਕਿ ਜਿਸ ਬੰਦੇ ਕੋਲੇ ਐਬਸੋਲੂਟ ਪਾਵਰ ਹੈ, ਯਾਨੀ ਕਿ ਇੱਕ ਸਰਪੰਚ ਕੋਲੇ ਇੱਕ ਗ੍ਰਾਮ ਸਭਾ ਦੀ ਐਬਸੋਲੂਟ ਪਾਵਰ ਹੈ, ਉਹ ਬੰਦਾ ਇੱਕ ਵੀਡੀਓ ਤੋਂ ਨਿਰਦੇਸ਼ਿਤ ਹੋ ਰਿਹਾ, ਡਾਇਰੈਕਸ਼ਨ ਉਸ ਤੋਂ ਲੈ ਰਿਹਾ ਕਿ ਮੈਂ ਭਰਨੀ ਹੈ। ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਮਨਰੇਗਾ ਦਾ ਕੰਮ ਨਹੀਂ ਮਿਲੇਗਾ। ਉਹ ਕੌਣ ਹੁੰਦਾ ਵੀਡੀਓ ਕੰਮ ਦੇਣ ਵਾਲਾ? ਕੰਮ ਤਾਂ ਮਨਰੇਗਾ ਵਾਲੇ ਨੇ ਲੈਣਾ ਹੈ, ਤੁਸੀਂ ਦੇਣਾ ਨਹੀਂ ਹੈਗਾ। ਮੈਨੂੰ ਲੱਗਦਾ ਵੀਡੀਓ ਸਾਹਿਬ ਨੂੰ ਇਹ ਐਕਟ ਚੰਗੀ ਤਰ੍ਹਾਂ ਦੁਬਾਰਾ ਪੜ੍ਹਨਾ ਚਾਹੀਦਾ ਹੈ। ਇਹ ਐਕਟ ਉਹਨਾਂ ਨੇ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਹੈ ਜਿਹੜਾ ਮਨਰੇਗਾ ਵਾਲਾ ਹੈਗਾ। ਇਹ ਕੰਮ ਦੇਣਾ ਨਹੀਂ ਹੈ, ਇਹ ਉਹਦਾ ਰਾਈਟ ਹੈ। ਮਨਰੇਗਾ ਦੀ ਜਿਹੜੀ ਉਹ ਹੈਗੀ ਹੈ ਨਾ ਪੂਰੀ, ਉਹਦੇ ਵਿੱਚ ਹੈ ਗਾਰੰਟੀ ਹੈ ਕਿ ਇੰਨੇ ਕੰਮ ਉਹਨੂੰ ਦੇਣੇ ਨੇ, ਉਹਨੇ ਡਿਮਾਂਡ ਕਰਨੀ ਹੈ। ਤੁਸੀਂ ਤਾਂ ਉਹਨੂੰ ਨਾ ਹੀ ਨਹੀਂ ਕਰ ਸਕਦੇ ਜਦੋਂ, ਔਰ ਕਿਸ ਦਿਨ ਦੇਣਾ ਹੈ ਇਹ ਵੀ ਉਹ ਤੈਅ ਕਰੇਗਾ। ਉਸ ਦਿਨ ਵੀ ਤੁਸੀਂ ਤੈਅ ਨਹੀਂ ਕਰ ਸਕਦੇ ਵੀ ਤੁਸੀਂ ਦੇਣਾ ਕਿਸ ਦਿਨ ਹੈ। ਤਾਂ ਇਹ ਚੀਜ਼ਾਂ ਵੀਡੀਓ ਸਾਹਿਬ ਜਾਂ ਇਸ ਤਰ੍ਹਾਂ ਦੇ ਜਿਹੜੇ ਵੀ ਅਧਿਕਾਰੀ ਕੁਰਸੀਆਂ ਤੇ ਬੈਠ ਕੇ ਇਸ ਤਰ੍ਹਾਂ ਦੇ ਆਰਡਰਸ ਜਾਂ ਡਾਇਰੈਕਸ਼ਨਸ ਦਿੰਦੇ ਰਹਿੰਦੇ ਆ, ਮੈਨੂੰ ਲੱਗਦਾ ਕਿ ਉਹ ਪਹਿਲਾਂ ਐਕਟ ਉਕਟ ਚੰਗੀ ਤਰ੍ਹਾਂ ਪੜ੍ਹ ਲਿਆ ਕਰਨ, ਫਿਰ ਡਾਇਰੈਕਸ਼ਨ ਦਿਆ ਕਰ। ਦੂਜੀ ਗੱਲ, ਸਰਪੰਚਾਂ ਦੇ ਉੱਤੇ ਵੀ ਇਹੀ ਹੈ, ਜਿਸ ਬੰਦੇ ਨੂੰ ਵੀ ਇਹ ਡਾਇਰੈਕਸ਼ਨ ਆਈ ਹੈ ਉਹਨੂੰ ਵੀ ਤਾੜਨਾ ਚਾਹੀਦਾ ਸੀ ਚੰਗੀ ਤਰ੍ਹਾਂ ਕਿ ਵੀ ਇਹ ਤੇਰਾ ਅਧਿਕਾਰ ਨਹੀਂ ਹੈ, ਸਾਡਾ ਅਧਿਕਾਰ ਹੈ। ਸੋ ਲੇਕਿਨ ਦਿੱਕਤ ਇਹ ਹੋਈ ਰੰਧਾਵਾ ਸਾਹਿਬ ਇਹੀ ਹੈ ਕਿ ਅਸੀਂ ਨਾ ਤਾਂ ਖੁਦ ਐਕਟ ਪੜ੍ਹਦੇ ਹਾਂ, ਨਾ ਅਸੀਂ ਆਪਣੇ ਜਿਹੜੇ ਸਾਡੇ ਅਧਿਕਾਰ ਨੇ ਉਸ ਤੋਂ ਜਾਗਰੂਕ ਆ। ਤਾਂ ਫਿਰ ਜਦੋਂ ਇਸ ਤਰ੍ਹਾਂ ਦੇ ਹੈ ਹੀ ਨਹੀਂ, ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਗੈਰ ਕਾਨੂੰਨੀ ਡਾਇਰੈਕਸ਼ਨਸ ਨੇ ਉਹ ਲੈਣੀਆਂ ਹੀ ਪੈਣੀਆਂ ਨੇ। ਮੈਂ ਇੱਥੇ ਥੋੜਾ ਜਿਹਾ ਸਾਫ਼ ਕਰ ਦਿਆਂ ਕਿ ਭਾਸਕਰ ਸਾਹਿਬ ਨੂੰ ਕਿਸੇ ਸਰਪੰਚ ਨੇ ਜਦੋਂ ਇਸ ਤਰ੍ਹਾਂ ਦਾ ਰਾਬਤਾ ਕੀਤਾ, ਕੋਈ ਪੱਤਰ ਵੀ ਭੇਜਿਆ ਜਿਹੜਾ ਜਾਰੀ ਹੋਇਆ, ਪਰ ਉਹਦੇ ਵਿੱਚ ਇਹ ਜੇ ਭਾਸਕਰ ਸਾਹਿਬ ਗੈਰ ਰਸਮੀ ਗੱਲਬਾਤ ਚ ਦੱਸ ਰਹੇ ਸੀ, ਹੁਣ ਕਲੀਅਰ ਵੀ ਕਰ ਦੇਣਗੇ ਕਿ ਲਿਖਤ ਵਿੱਚ ਨਹੀਂ ਹੈ ਕਿ ਮਨਰੇਗਾ ਦਾ ਕੰਮ ਨਹੀਂ ਦਿੱਤਾ ਜਾਣਾ। ਇਹ ਵਰਬਲੀ ਭਾਸਕਰ ਸਾਹਿਬ ਕਹਿ ਰਹੇ ਆ, ਔਰ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਵੀਡੀਓਜ਼ ਨੇ ਇੰਜ ਕੀਤਾ ਹੈ। ਜਿਹੜੀ ਗੱਲ ਹੋਈ ਹੈ ਉਹਦਾ ਜ਼ਿਕਰ ਕਰ ਰਹੇ ਆ। ਭਾਸਕਰ ਸਾਹਿਬ ਜਰਾ ਕਲੈਰਿਟੀ ਦੇ ਦਿਓ, ਕੋਈ ਮੈਸੇਜ ਗਲਤ ਨਾ ਚਲੇ ਜਾਏ। ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ। ਜਿਹੜੀ ਬੀਡੀਪੀਓ ਸਾਹਿਬ ਨੇ ਚਿੱਠੀ ਲਿਖੀ ਹੈ ਸਾਈਨ ਕਰਕੇ, ਉਹਦੇ ਵਿੱਚ ਮਨਰੇਗਾ ਵਾਲੀ ਗੱਲ ਨਹੀਂ ਲਿਖੀ। ਇਸ ਗੱਲ ਦਾ ਜ਼ਿਕਰ ਮੈਂ ਪਹਿਲੇ ਵੀ ਕੀਤਾ ਹੈ ਕਿ ਉਹ ਗੈਰ ਰਸਮੀ ਤੌਰ ਤੇ ਇੱਕ ਮੈਸੇਜ ਫੈਲਾਇਆ ਗਿਆ ਕਿ ਜਿਹੜੇ ਬੰਦੇ 82 ਚ ਨਹੀਂ ਬੈਠਣਗੇ ਉਹਨਾਂ ਨੂੰ ਮਨਰੇਗਾ ਦਾ ਕੰਮ ਨਹੀਂ ਮਿਲੇਗਾ। ਫਿਲਹਾਲ ਸਰਪੰਚਾਂ ਨੂੰ ਜ਼ਰੂਰ ਇਸ ਚਿੱਠੀ ਦੇ ਰਾਹੀਂ ਹੁਕਮ ਦਿੱਤਾ ਗਿਆ ਕਿ ਬੱਸਾਂ ਭਰ ਕੇ ਜਾਣੀ ਚਾਹੀਦੀ ਹੈ, ਤੁਸੀਂ ਇਨਸ਼ੋਰ ਕਰਨਾ ਹੈ ਕਿ ਬੱਸਾਂ ਭਰ ਲਿਓ, ਔਰ ਬੱਸ ਭਰਨ ਤੋਂ ਬਾਅਦ ਫੋਟੋ ਖਿੱਚ ਕੇ ਭੇਜੋ। ਉਹ ਵੀ ਉਸ ਚਿੱਠੀ 'ਚ ਲਿਖਿਆ ਹੈ ਕਿ ਫੋਟੋ ਖਿੱਚ ਕੇ ਭੇਜੋ, ਬੱਸ ਭਰ ਗਈ ਹੈ। ਜੇ ਨਹੀਂ ਹੈ ਤਾਂ ਸਰਪੰਚ ਸਾਹਿਬ ਖੁਦ ਬਹਿ ਜਾਣ ਜਾਂ ਸਰਪੰਚ ਸਾਰੇ ਬਹਿ ਜਾਣ। ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਹ ਬੱਸਾਂ ਖਾਲੀ ਗਈਆਂ। ਇਸ ਗੱਲ ਦੀ ਵੀ ਕੰਸੋਲ ਲੱਗੀ ਹੈ ਕਿ ਕੋਈ ਬੈਠਿਆ ਹੀ ਨਹੀਂ ਪਿੰਡ ਵਾਲਾ। ਕਈ ਪਿੰਡਾਂ ਦੇ ਵਿੱਚ ਤੇ ਮੇਲੇ ਚੱਲਦੇ ਪਏ ਆ ਅੱਜ ਕੱਲ੍ਹ, ਔਰ ਉਹਨਾਂ ਮੇਲਿਆਂ ਕਰਕੇ ਆ ਜਿਹੜੀ ਬੱਸ ਬੈਠੀ ਸੀ ਨਾ, ਔਰ ਉਹਦੇ ਵਿੱਚ ਟੀਚਰਾਂ ਦੀ ਡਿਊਟੀ ਇਸ ਕਰਕੇ ਵੀ ਲਾਈ ਹੈ ਕਿ ਬਾਹਰ ਤੁਸੀਂ ਜਿਹੜੀ ਫੋਟੋ ਲਾਣੀ ਹੈ ਨਾ ਸੁਪਰੀਮੋ ਜੀ ਦੀ ਜਾਂ ਭਗਵੰਤ ਮਾਨ ਉਹਨਾਂ ਦੀ, ਜਿਹੜਾ ਵੀ ਪੋਸਟਰ ਲੱਗਿਆ ਉਹ ਚੰਗੇ ਤਰੀਕੇ ਨਾਲ ਲੱਗਿਆ ਹੋਏ, ਇਸ ਗੱਲ ਨੂੰ ਇਨਸ਼ੋਰ ਕਰੋ। ਔਰ ਕਈ ਜਗ੍ਹਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸੋ ਕਾਲਡ ਜਥੇਦਾਰ ਹੈਗੇ ਨੇ, ਉਹਨਾਂ ਨੇ ਤੇ ਇਸ ਗੱਲ ਦੇ ਉੱਤੇ ਆਬਜੈਕਸ਼ਨ ਵੀ ਲਾਇਆ ਵੀ ਟੀਚਰ ਭਾਜੀ ਤੁਸੀਂ ਕੀ ਕਰਨ ਆਏ ਹੋ, ਤੁਸੀਂ ਆਪਣਾ ਕੰਮ ਕਰੋ, ਆਪਾਂ ਆਪਣੇ ਆਪ ਹੀ ਸਾਂਭ ਲਾਂਗੇ। ਤੇ ਟੀਚਰ ਜੀ ਨੇ ਕਿਹਾ ਜੀ ਸਾਡੀ ਤੇ ਡਿਊਟੀ ਲੱਗੀ ਹੋਈ ਹੈ, ਸਾਨੂੰ ਤੇ ਹੁਣ ਜਾਣਾ ਹੀ ਪੈਣਾ ਬੱਸ 'ਚ ਬਹਿ ਕੇ। ਪਰ ਉਹਨਾਂ ਟੀਚਰਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਸਾਡੀ ਡਿਊਟੀ ਲਾਈ ਕਿਸ ਕਰਕੇ ਹੈ, ਵੀ ਕਰਨਾ ਕੀ ਹੈ ਆਪਾਂ। ਹੁਣ ਇਹ ਗੱਲਾਂ ਤੇ ਅੱਗੇ ਤੁਰਨੀ ਸ਼ੁਰੂ ਹੋ ਗਈਆਂ, ਔਰ ਇਸ ਗੱਲ ਦਾ ਜ਼ਿਕਰ ਅਖਬਾਰਾਂ ਦੇ ਵਿੱਚ ਵੀ ਬਹੁਤ ਹੋਇਆ। ਇਹ ਤੇ ਗੱਲ ਜਿਹੜੀ ਪ੍ਰੈਕਟੀਕਲੀ ਮਹਿਸੂਸ ਕੀਤੀ ਗਈ ਹੈ। ਉਹ ਤੁਸੀਂ ਇਹ ਦੇਖੋ ਕਿ ਜਿਹੜੇ ਪੋਸਟਰ ਵੀ ਲੱਗੇ ਹੈ, ਹੁਣ ਸਨਅਤਕਾਰਾਂ ਦੀ ਮੀਟਿੰਗ ਹੈਗੀ ਹੈ, ਤੁਸੀਂ ਦੇਖੋ ਸਨਅਤਕਾਰਾਂ ਨੂੰ ਅੰਗਰੇਜ਼ੀ ਦੇ ਵਿੱਚ ਇੰਡਸਟਰੀਲਿਸਟ ਕਿਹਾ ਜਾਂਦਾ ਹੈ, ਪਰ ਅੰਗਰੇਜ਼ੀ ਦੇ ਵਿੱਚ ਵੀ ਉੱਥੇ ਲਿਖੇ ਸਨਅਤਕਾਰ ਮੀਟਿੰਗ, ਯਾਨੀ ਸਨਅਤਕਾਰ ਮਿਲਣੀ। ਇਹ ਇੱਕ ਬੜੀ ਅਜੀਬ ਜੀ ਗੱਲ ਹੈਗੀ ਹੈ। ਜਿਹੜੇ ਭਗਵੰਤ ਮਾਨ ਉਹਨਾਂ ਸਾਰੀ ਦੁਕਾਨਾਂ ਨੂੰ, ਦਫ਼ਤਰਾਂ ਨੂੰ ਇਹ ਆਰਡਰ ਕਰਕੇ ਹਟੇ ਸੀਗੇ ਕਿ 21 ਫਰਵਰੀ ਤੱਕ ਜੇ ਦੁਕਾਨਾਂ ਦੇ ਬੋਰਡ ਪੰਜਾਬੀ ਦੇ ਵਿੱਚ ਨਹੀਂ ਲਾਏ ਤੇ ਆਪਾਂ ਐਂ ਕਰ ਦਾਂਗੇ, ਉਹ ਕਰ ਦਾਂਗੇ। ਜਿੱਦਾਂ ਦਾ ਨੋਟਿਸ ਉਹਨਾਂ ਕਬਜ਼ੇਧਾਰੀਆਂ ਨੂੰ ਵੀ ਦਿੱਤਾ ਸੀਗਾ ਕਿ ਜੇ 30 ਜੂਨ ਤੱਕ ਕੁਝ ਨਹੀਂ ਕੀਤਾ ਤੇ ਚਰਚੇ ਹੋਣਗੇ, ਖਰਚੇ ਹੋਣਗੇ ਤੇ ਪਰਚੇ ਹੋਣਗੇ। ਜਿੱਦਾਂ ਉਸ ਮੁੱਦੇ ਦੇ ਉੱਤੇ ਝਾਗ ਵਰਗਾ ਬਹਿ ਗਏ ਸੀ, ਇਸ ਮੁੱਦੇ ਦੇ ਉੱਤੇ ਵੀ ਸਰਕਾਰ ਸਨਅਤਕਾਰ ਵੀ ਅੰਗਰੇਜ਼ੀ ਦੇ ਵਿੱਚ ਲਿਖ ਰਹੀ ਹੈ, ਸਨਅਤਕਾਰ ਮਿਲਣੀ। ਇਹ ਇੱਕ ਬੜੀ ਅਜੀਬ ਜਿਹੀ ਸਥਿਤੀ ਬਣੀ ਹੋਈ। ਸਵਾਲ ਇਸ ਗੱਲ ਦਾ ਹੈ ਕਿ ਜਿਹੜੇ ਟੀਚਰ ਨੇ ਵੱਖ-ਵੱਖ ਥਾਵਾਂ ਤੋਂ ਭੇਜੇ, ਹੋ ਸਕਦਾ ਇਸ ਕਰਕੇ ਵੀ ਕਿਹਾ ਹੋਵੇ ਕਿ ਐਵੇਂ ਕਿਤੇ ਆਪਣੀਆਂ ਗੱਡੀਆਂ 'ਚ ਜਾਓਗੇ, ਐਜੂਕੇਸ਼ਨ ਦੀ ਗੱਲ ਹੋਣੀ ਆ, ਕੁਝ ਸਿੱਖ ਕੇ ਆਓਗੇ, ਐਜੂਕੇਸ਼ਨ ਦੇ ਮਹਾਰਥੀ ਬੋਲਣਗੇ ਸਟੇਜ ਤੋਂ ਤਿਆਰੀ ਕਰਕੇ, ਤੇ ਤੁਸੀਂ ਉਹਨਾਂ ਨੂੰ ਸੁਣਨਾ ਹੈ ਤੇ ਤੁਸੀਂ ਚਲ ਜਿਓ ਜਿਨ੍ਹਾਂ ਨੂੰ ਆਪਾਂ ਕਿਰਾਇਆ ਦੇਣਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਮੰਨ ਸਕਦਾ ਸਰਪੰਚ ਨੇ ਹੀ ਦਬਕਾ ਮਾਰ ਲਿਆ ਹੋਵੇ ਥੱਲੇ ਲੋਕਾਂ ਨੂੰ ਕਿ ਕੰਮ ਤਾਂ ਮੈਂ ਹੀ ਦੇਣਾ ਨਾ, ਦਿਹਾੜੀ ਤਾਂ ਤੁਹਾਡੀ ਤਾਂ ਹੀ ਹੋਊਗੀ ਨਾ ਜੇ ਚੱਲੋਗੇ, ਕਿਉਂਕਿ ਸਰਪੰਚਾਂ ਨੂੰ ਵੀ ਟਾਸਕ ਮਿਲੇ ਹੋਣੇ। ਖੈਰ ਆਪਾਂ ਹੁਣ ਇੱਥੇ ਲੰਬੀ ਚੌੜੀ ਮੈਂ ਇੱਕ ਵਾਰੀ ਰਿਪੀਟ ਕਰਦਿਆਂ ਕਿ ਕਿਸੇ ਨੂੰ ਜੇ ਬੁਰਾ ਲੱਗੇ ਤਾਂ ਉਹਨੂੰ ਇੰਜ ਨਾ ਸਮਝੇ ਕਿ ਵਿਅਕਤੀਗਤ ਕਿਹਾ ਗਿਆ ਸਾਰਿਆਂ ਨੂੰ। ਜਿਹੜੀਆਂ ਚਿੱਠੀਆਂ ਕੁਝ ਭਾਸਕਰ ਸਾਹਿਬ ਕੋਲ ਹੈਗੀਆਂ ਨੇ ਉਹਦੇ ਆਧਾਰ ਤੇ ਅਸੀਂ ਇਹ ਗੱਲ ਕੀਤੀ। ਅੰਦਰਪ੍ਰੀਤ ਜੀ,
ਸਰਕਾਰ ਦੀ ਗੱਲ ਆ ਤੇ ਸਰਕਾਰ ਦੀ ਗੱਲ ਨੂੰ ਸਰਕਾਰ ਵਾਂਗ ਲੈ ਲਈਏ। ਬੰਦੇ 2 ਸਸਪੈਂਡ ਕਰਤੇ, ਡੀਕੇ ਤਿਵਾੜੀ ਤੇ ਗੁਰਪ੍ਰੀਤ ਸਿੰਘ ਖਹਿਰਾ IAS ਅਫਸਰ, ਚੰਗੇ ਭਲੇ ਸੀ, ਚੰਗਾ ਸਰਦਾਰੀ ਹੁੰਦੀ ਹੈ, ਕਿਤੇ ਛੋਟੀ ਗੱਲ ਆ ਐਡਾ ਔਰਾ ਰੋਜ਼ ਇੰਨੇ ਫੈਸਲੇ ਲੈਣੇ। ਤੇ ਹੁਣ ਉਹ ਬੈਠਿਆ ਘਰੇ, ਮਤਲਬ ਉਹਨਾਂ ਦਾ ਹੈੱਡਕੁਆਟਰ ਤੇ ਕੋਈ ਬਣਿਆ ਹੋਊ, ਪਤਾ ਨਹੀਂ, ਜਾਂਦੇ ਆ ਕਿ ਛੁੱਟੀਆਂ ਲਈਆਂ ਨੇ, ਉਹ ਤਾਂ ਉਹਨਾਂ ਨੂੰ ਪਤਾ ਹੋਊ। ਪਰ ਸਰਕਾਰ ਜੀ ਨੇ 15 ਕੁ ਦਿਨਾਂ ਵਿੱਚ ਕੇਂਦਰ ਨੂੰ ਇਹਦੇ ਸੰਬੰਧੀ ਡਿਟੇਲ ਭੇਜਣੀ ਸੀ, ਮਹੀਨੇ ਕੁ ਦੇ ਵਿੱਚ ਕਾਰਵਾਈ ਉਧਰੋਂ ਪੈਣੀ ਆ। ਇਹ ਸਾਰੇ ਦਿਨਾਂ ਦੀ ਗਿਣਤੀ ਕਰਕੇ ਹਿਸਾਬ ਲਾਇਓ, ਕੱਲ ਕਿੱਥੇ ਖੜੀ ਆ, ਜਰਾ ਕੁਝ ਹਲਚਲ ਹੈਗੀ ਆ ਸੱਤਾ ਦੇ ਗਲਿਆਰਿਆਂ 'ਚ? ਕੱਲ ਅੱਜ ਵੀ ਇੱਕ ਰਿਪੋਰਟ ਹੋਈ ਹੈ ਅਖਬਾਰ ਦੇ ਵਿੱਚ ਕਿ ਇਸ ਤਰ੍ਹਾਂ 15 ਦਿਨ ਦੇ ਅੰਦਰ ਜਿਹੜਾ ਫਾਈਲ ਭੇਜਣੀ ਸੀ ਉਹ ਹਜੇ ਤੱਕ ਭੇਜੀ ਨਹੀਂ ਗਈ ਹੈਗੀ। ਤੇ ਦੇਖੋ, ਇਹ ਹੁੰਦਾ ਹੀ ਹੈ, ਇਹ ਇੱਕ ਰੂਲ ਹੈ ਜਿਹੜਾ DOPT ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਪਰਸਨਲ ਡਿਪਾਰਟਮੈਂਟ ਹੈ, ਉਹਨਾਂ ਨੂੰ ਇਹ ਕੋਈ ਵੀ IAS IPS ਜਾਂ IRS ਜਿਹੜੇ ਵੀ ਹੈਗੇ ਨੇ, ਉਹ ਸਭ ਦੀ ਜਿਹੜੀ ਹੈ, ਸੌਰੀ IPS ਦਾ ਮੈਨੂੰ ਲੱਗਦਾ ਸ਼ਾਇਦ ਹੋਮ ਨੂੰ ਜਾਂਦਾ, ਬਾਕੀ ਜਿਹੜੇ ਸਾਰੇ ਹੈਗੇ ਆ ਉਹ ਇਹਨਾਂ ਨੂੰ ਜਾਂਦੇ ਆ DOPT ਨੂੰ। ਉੱਥੇ ਇਹ ਜ਼ਰੂਰੀ ਹੈ ਵੀ ਜੋ ਵੀ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਹੋ, ਉਹਦੀ ਪ੍ਰੋਪਰ ਇੱਕ ਰਿਪੋਰਟ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਨੂੰ ਭੇਜੋਗੇ ਵੀ ਕਿਸ ਆਧਾਰ ਤੇ ਉਹ ਲਿਆ। ਜੇ ਗਵਰਨਮੈਂਟ ਆਫ ਇੰਡੀਆ ਨੂੰ ਜੱਜਦਾ ਹੈ ਇਹ ਗੱਲ ਕਿ ਹਾਂ ਜੋ ਤੁਸੀਂ ਐਕਸ਼ਨ ਲਿਆ, ਚਾਹੇ ਉਹ ਸਸਪੈਂਡ ਕੀਤਾ ਹੈ ਜਾਂ ਕੇਸ ਚਲਾਉਣ ਦੇ ਆਦੇਸ਼ ਦਿੱਤੇ ਹੈ ਜਾਂ ਕਰਪਸ਼ਨ ਦਾ ਕੋਈ ਚਾਰजेस ਹੈ, ਉਹ ਜੋ ਵੀ ਉਹਨਾਂ ਦੇ ਉੱਤੇ ਹੈਗਾ ਉਹ ਠੀਕ ਹੈ, ਤਾਂ ਫਿਰ ਉਹ ਸਸਪੈਂਸ਼ਨ ਜਾਇਜ਼ ਹੈ ਤੇ ਉਹ ਸਸਪੈਂਡ ਹੀ ਰਹਿਣਗੇ। ਪਰ ਅਗਰ ਇਸ ਤਰ੍ਹਾਂ ਦਾ ਨਹੀਂ ਹੈ ਤਾਂ ਫਿਰ ਉਹ ਬਹਾਲ ਹੋ ਜਾਣਗੇ 1 ਮਹੀਨੇ ਦੇ ਅੰਦਰ। ਸੋ ਹੁਣ ਹਜੇ ਗਵਰਨਮੈਂਟ ਨੇ ਭੇਜਿਆ ਕਿ ਨਹੀਂ, ਅਖਬਾਰ ਦੀ ਰਿਪੋਰਟ ਦੇ ਅਨੁਸਾਰ ਤਾਂ ਉਹਨਾਂ ਨੇ ਲਿਖਿਆ ਵੀ ਨਹੀਂ ਭੇਜਿਆ ਅਜੇ ਤੱਕ। ਸੋ ਇਹ 15 ਦਿਨ ਦੇ ਅੰਦਰ ਭੇਜਣਾ, ਤੇ ਕਿਉਂਕਿ 15 ਦਿਨ ਉਹਨਾਂ ਨੂੰ ਵੀ ਲੱਗ ਜਾਂਦੇ ਆ ਕਾਰਵਾਈ ਕਰਨ ਲਈ। ਕਾਫੀ ਹੋਰਾਂ ਸਟੇਟਾਂ ਚੋਂ ਵੀ ਆਇਆ ਹੁੰਦਾ, ਕਈ ਅਫਸਰ ਨੇ, ਸਟੇਟਾਂ ਵੀ ਬਹੁਤ ਜ਼ਿਆਦਾ ਨੇ ਤੇ ਅਫਸਰ ਵੀ ਬਹੁਤ ਜ਼ਿਆਦਾ ਨੇ, ਔਰ ਇਸ ਤਰ੍ਹਾਂ ਦੇ ਕੁਝ ਨਾ ਕੁਝ ਐਕਸ਼ਨ ਤਾਂ ਹੁੰਦੇ ਹੀ ਰਹਿੰਦੇ ਸਭ ਕਿਤੇ। ਸੋ ਉਹਨਾਂ ਨੂੰ ਵੀ ਟਾਈਮ ਤਾਂ ਚਾਹੀਦਾ ਹੀ ਹੈ। ਸੋ ਇਹ ਜਿਹੜੀ ਹੈਗੀ ਹੈ ਕਿ ਗਈ ਕਿ ਨਹੀਂ ਗਈ, ਅਜੇ ਮੈਨੂੰ ਇਹਦੇ ਬਾਰੇ ਕੋਈ ਕਲੀਅਰ ਨਹੀਂ ਹੈ। ਬਟ ਜੇ ਅਖਬਾਰ ਦੀ ਰਿਪੋਰਟ ਸਹੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਵੈਸੇ ਹੀ ਮੁਸ਼ਕਿਲ ਹੋ ਜਾਣਾ ਹੈ, ਜਾਂ ਤਾਂ ਅਫਸਰਸ਼ਾਹੀ ਦਾ ਹੀ ਕਿਤੇ ਇਹ ਦਬਾਅ ਵੀ ਹੋ ਜਾਂਦਾ ਹੈ ਵੀ ਚਲੋ ਜੀ ਇਹਨੂੰ ਲਟਕਾ ਦਿੰਦੇ ਅੱਗੇ, ਵੀ ਕਾਹਦੇ ਵਾਸਤੇ ਸਸਪੈਂਡ ਕਰਕੇ ਰੱਖਣਾ ਹੈ। ਫਿਰ ਉਹਨਾਂ ਨੂੰ ਪਤਾ ਹੁੰਦਾ ਕਿ 1 ਮਹੀਨੇ ਦੇ ਅੰਦਰ ਅਗਰ ਨਹੀਂ ਮਤਲਬ ਆਇਆ ਉੱਥੋਂ ਤਾਂ ਆਪਣੇ ਆਪ ਹੀ ਬਹਾਲ ਹੋ ਜਾਣੇ। ਤਾਂ ਇੱਕ ਮਿਡ ਵੇ ਵੀ ਹੁੰਦਾ ਹੈ ਇੱਕ ਤਰ੍ਹਾਂ ਦਾ, ਇਹ ਵੀ ਐਕਸ਼ਨ ਨਾ ਵੀ ਲਿੱਤਾ ਵੀ ਔਰ ਨਹੀਂ ਵੀ ਲਿੱਤਾ। ਕਈ ਵਾਰੀ ਇਹ ਸਹਿਮਤੀ ਬਣੀ ਹੁੰਦੀ ਹੈ ਕਿ ਕੋਈ ਨਹੀਂ, ਠੰਡ ਰੱਖੋ, ਤੁਸੀਂ ਬਾਹਰ ਆ ਕੇ ਕੁਝ ਨਹੀਂ ਕਹਿਣਾ, ਇਹ ਸਿਆਸੀ ਗੱਲਾਂ ਨੇ, ਸਿਆਸੀ ਐਵੇਂ ਚੱਲਦੀਆਂ, ਜ਼ਿੰਮੇਵਾਰੀ ਫਿਕਸ ਹੋਣੀ ਹੈ, ਪਰ ਤੁਹਾਨੂੰ ਤੁਹਾਡੀ ਨੌਕਰੀ ਦੇ ਵਿੱਚ ਇਸ ਚੀਜ਼ ਨੂੰ ਅਸਰ ਨਹੀਂ ਆਉਣ ਦੇਵਾਂਗੇ। ਸਵਾਲ ਇਸ ਗੱਲ ਦਾ ਵੀ ਹੈ ਕਿ ਹੁਣ ਤੱਕ ਜਾਂਚ ਕਮੇਟੀ ਬਣੀ ਆ, ਕੋਈ ਜਾਂਚ ਅਧਿਕਾਰੀ ਨਿਯੁਕਤ ਹੋਇਆ ਕਿ ਨਹੀਂ। ਹਰਕਵਲਜੀਤ ਅਜੀਤ ਸਮੂਹ ਦੇ ਸਟਾਫ ਰਿਪੋਰਟਰ ਨੇ ਚੰਡੀਗੜ੍ਹ ਤੋਂ, ਉਹਨਾਂ ਨੇ ਇਹ ਰਿਪੋਰਟ ਦਿੱਤੀ ਹੈ। ਅੱਗੇ ਤੁਰਦੇ ਹਾਂ ਭਾਸਕਰ ਸਾਹਿਬ, ਇੰਡੀਆ ਗੱਠਜੋੜ ਵੱਲ। ਮੈਂ ਜਾਣਾ ਅਕਾਲੀ ਦਲ ਦੀ ਜਿਹੜੀ ਕੱਲ ਇੱਕ ਝਟਕੇ ਵਰਗੀ ਗੱਲ ਆ, BJP 'ਚ ਸ਼ਾਮਲ ਹੋਏ ਉਹਨਾਂ ਦੇ ਵੱਡੇ ਆਗੂ, ਪਰ ਮੈਂ ਤੁਹਾਡੇ ਕੋਲ ਇੰਡੀਆ ਗੱਠਜੋੜ ਨਾਲ ਸੰਬੰਧਿਤ ਕੱਲ ਜਿਹੜੀ ਤਾਲਮੇਲ ਕਮੇਟੀ ਦੀ ਮੀਟਿੰਗ ਸੀ, ਜਿਹਦੇ ਵਿੱਚ ਮੂੰਹ ਪਛਾਣ ਨੂੰ ਕਰਾ ਕੇ ਰਾਘਵ ਚੱਡਾ ਨੇ ਤੇ ਕੁਝ ਹੋਰ ਸੱਜਣਾ ਨੇ ਫੋਟੋ ਖਿਚਾਈ ਹੈ, ਉਹਦੇ ਉੱਤੇ ਜਰਾ ਟਿੱਪਣੀ ਦਿਓ। ਕੱਲ ਮੀਟਿੰਗ ਦਿੱਲੀ ਦੇ ਵਿੱਚ 4 ਵਜੇ ਸ਼ਰਦ ਪਵਾਰ ਉਹਨਾਂ ਦੇ ਘਰ, ਉਸ ਕੋਆਰਡੀਨੇਸ਼ਨ ਕਮੇਟੀ, ਜਿਸ ਕੋਆਰਡੀਨੇਸ਼ਨ ਕਮੇਟੀ ਨੂੰ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕਰਨ, ਫਾਈਨਲਾਈਜ਼ ਕਰਨ ਦਾ ਇੱਕ ਅਧਿਕਾਰ ਦਿੱਤੇ ਨੇ। ਹਾਲਾਂਕਿ ਕੱਲ ਦੀ ਮੀਟਿੰਗ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਪੁਖਤਾ ਕੋਈ ਕਾਰਵਾਈ ਤੇ ਨਹੀਂ ਕੀਤੀ ਗਈ, ਪਰ ਇਹ ਗੱਲ ਜ਼ਰੂਰ ਤੈਅ ਕੀਤੀ ਗਈ ਕਿ ਭੋਪਾਲ ਦੇ ਵਿੱਚ, ਯਾਨੀ ਮੱਧ ਪ੍ਰਦੇਸ਼ ਜਿੱਥੇ ਅਸੈਂਬਲੀ ਚੋਣਾਂ ਦੇ ਹੈਗੀਆਂ, ਉਹਦੇ ਵਿੱਚ ਫਸਟ ਵੀਕ ਵਿੱਚ ਗੱਠਜੋੜ ਇੰਡੀਆ ਬਲਾਕ ਨਾ ਕੇਵਲ ਇੱਕ ਵੱਡੀ ਰੈਲੀ ਕਰੇਗਾ, ਇੱਕ ਤਰੀਕੇ ਨਾਲ ਜੁਆਇੰਟ ਰੈਲੀ ਹੋਏਗੀ, ਨਾਲ ਦੇ ਨਾਲ ਇਸ ਗੱਠਜੋੜ ਦੀ ਸੀਟ ਸ਼ੇਅਰਿੰਗ ਨੂੰ ਲੈ ਕੇ ਇੱਕ ਮੀਟਿੰਗ ਵੀ ਹੋਏਗੀ ਉਹਦੇ ਵਿੱਚ, ਔਰ ਅਕਤੂਬਰ ਦੇ ਮਹੀਨੇ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਅੰਤਿਮ ਰੂਪ ਦੇ ਦਿੱਤਾ ਜਾਏਗਾ। ਇਸ ਗੱਲ ਦੇ ਉੱਤੇ ਕੱਲ ਸਹਿਮਤੀ ਬਣੀ ਹੈ। ਔਰ ਕੱਲ ਜਦ ਫਾਰਮੂਲਾ ਡਿਸਕਸ ਹੋ ਰਿਹਾ ਸੀਗਾ ਇੰਡੀਆ ਬਲਾਕ ਦੇ ਵਿੱਚ ਸੀਟ ਸ਼ੇਅਰਿੰਗ ਦੇ ਉੱਤੇ, ਔਰ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜੀ ਸੀਟਾਂ ਜਿਹੜੇ ਵੀ ਅਲਾਈਅੰਸ ਪਾਰਟਨਰ ਨੇ ਫਿਲਹਾਲ ਜਿੱਤੀਆਂ ਹੋਈਆਂ, ਜਿਹਦੇ ਵਿੱਚ MP ਵਜੋਂ ਕਾਬਜ਼ ਨੇ ਪਾਰਟੀ ਦੇ ਲੀਡਰ, ਉਹਨਾਂ ਸੀਟਾਂ ਨੂੰ ਵੰਡ ਦਾ ਹਿੱਸਾ ਨਾ ਬਣਾਇਆ ਜਾਏ। ਇਹਦੇ ਉੱਤੇ ਉਮਰ ਅਬਦੁੱਲਾ ਉਹਨਾਂ ਨੇ ਆਬਜੈਕਸ਼ਨ ਲਗਾਇਆ ਔਰ ਕਿਹਾ ਕਿ ਨਹੀਂ, ਇਹ ਵੰਡ। ਹੋਰ ਇੱਕ ਦੂਜਾ ਫਾਰਮੂਲਾ ਵੀ ਨਿਕਲ ਕੇ ਆਇਆ ਕਿ ਜਿਨ੍ਹਾਂ ਸੀਟਾਂ ਦੇ ਉੱਤੇ 2019 ਦੇ ਵਿੱਚ 2 ਨੰਬਰ ਤੇ ਪਾਰਟੀ ਸੀਗੀ, ਯਾਨੀ ਸੈਕਿੰਡ ਨੰਬਰ ਜਿਹਦੇ ਵਿੱਚ BJP ਜਿੱਤ ਗਈ ਸੀ, ਉਹਦੇ ਵਿੱਚ ਉਸ ਪਾਰਟੀ ਨੂੰ ਤਰਜੀਹ ਦਿੱਤੀ ਜਾਏ। ਇਹਦੇ ਵਿੱਚ ਕਾਂਗਰਸ ਦਾ ਸਟੈਂਡ ਸਭ ਤੋਂ ਵਧੀਆ ਤਰੀਕੇ ਨਾਲ ਅੱਗੇ ਜਾਂਦਾ, ਔਰ ਬਾਕੀ ਰੀਜਨਲ ਪਾਰਟੀਆਂ ਜਿੱਦਾਂ ਮਮਤਾ ਬੈਨਰਜੀ ਦੀ ਪਾਰਟੀ ਹੈ ਜਾਂ ਨਿਤਿਸ਼ ਕੁਮਾਰ ਉਹਨਾਂ ਦੀ ਪਾਰਟੀ ਹੈ ਜਾਂ NCP ਹੈਗੀ ਹੈ, ਇਹ ਉਹਨਾਂ ਸੂਬਿਆਂ ਤੱਕ ਹੀ ਸੀਮਿਤ ਹੈ। ਜਦ ਇੱਦਾਂ ਦਾ ਕੋਈ ਫਾਰਮੂਲਾ ਨਿਕਲਦਾ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਪਾਰਟੀ ਨੰਬਰ 2 ਤੇ ਆਈ
ਤੇ ਉਹਨੂੰ ਹੀ ਤਰਜੀਹ ਦਿੱਤੀ ਜਾਏਗੀ ਤੇ ਇਹ ਪਾਰਟੀਆਂ ਕਿਸੇ ਨਾ ਕਿਸੇ ਜਗ੍ਹਾ ਦੇਸ਼ ਵਿਆਪੀ ਆਪਣੇ ਵਿਸਤਾਰ ਤੋਂ ਪਿਛਾਂ ਰਹਿ ਜਾਂਦੀ ਹੈ। ਇਸ ਫਾਰਮੂਲੇ ਦੇ ਉੱਤੇ ਵੀ ਕੱਲ ਬੜੇ ਆਬਜੈਕਸ਼ਨ ਲੱਗੇ ਕਿ ਨਹੀਂ, ਇਹ ਵੀ ਨਹੀਂ ਹੋਣਾ ਚਾਹੀਦਾ ਔਰ ਇੱਕ ਕੈਂਡੀਡੇਟ ਹਰ ਸੀਟ ਦੇ ਉੱਤੇ ਬੀਜੇਪੀ ਦੇ ਸਾਹਮਣੇ ਖੜਾ ਹੋ ਕੀਤਾ ਜਾਣਾ ਚਾਹੀਦਾ ਹੈ। ਮੋٹے ਤੌਰ ਤੇ ਸਹਿਮਤੀ ਬਣੀ, ਪਰ ਜਿੱਥੇ ਸੀਗੇ ਉੱਥੇ ਹੀ ਕੱਲ ਵੀ ਨਜ਼ਰ ਆਏ, ਕਿਉਂਕਿ ਸੀਟਾਂ ਦੀ ਵੰਡ ਵਾਕਈ ਇੱਕ ਬੜਾ ਟੇਢਾ ਮਸਲਾ ਹੈਗਾ ਜਿਹਨੂੰ ਅੱਗੇ ਚੱਲ ਕੇ ਕਿਸ ਤਰੀਕੇ ਨਾਲ ਸੋਲਵ ਕੀਤਾ ਜਾਏਗਾ ਉਹ ਸਵਾਲ ਬਣ ਕੇ ਕੱਲ ਤੱਕ ਫਿਲਹਾਲ ਖੜਾ ਰਿਹਾ। ਭੋਪਾਲ ਦੇ ਵਿੱਚ ਕੁਝ ਫੈਸਲਾ ਹੁੰਦਾ ਨਹੀਂ ਹੁੰਦਾ ਪਤਾ ਨਹੀਂ, ਪਰ ਰਾਘਵ ਚੱਡਾ ਉਹਨਾਂ ਦੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਸੈਕਰੀਫਾਈਸ ਕਰਨ ਵਾਸਤੇ ਹਰ ਪੋਲੀਟੀਕਲ ਪਾਰਟੀ ਨੂੰ ਤਿਆਰ ਰਹਿਣਾ ਚਾਹੀਦਾ ਹੈ ਔਰ ਉਸ ਸੈਕਰੀਫਾਈਸ ਦਾ ਜ਼ਿਕਰ ਖਾਸ ਕਰਕੇ ਕਾਂਗਰਸ ਨੂੰ ਦਿੱਤੇ ਹੋਏ ਮੈਸੇਜ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਕਿਉਂਕਿ ਕਾਂਗਰਸ ਨੂੰ ਦੇ ਵਿੱਚ ਇਸ ਅਲਾਈਅੰਸ ਨੂੰ ਪੰਜਾਬ ਤੇ ਦਿੱਲੀ ਵਿੱਚ ਬਵਾਲ ਪਿਆ ਹੋਇਆ ਹੈ। ਯਾਨੀ ਕਾਫੀ ਅੱਗੇ ਤੱਕ ਗੱਲਾਂ ਤੇ ਨਹੀਂ ਹੋਈਆਂ, ਪਰ ਗੱਲਾਂ ਦਾ ਬੇਸ ਜ਼ਰੂਰ ਕੱਲ ਦੀ ਮੀਟਿੰਗ ਦੇ ਵਿੱਚ ਬਣਾਇਆ ਗਿਆ। ਇੰਦਰਪ੍ਰੀਤ ਜੀ, ਅੰਮ੍ਰਿਤਸਰ ਦੇ ਵਿੱਚੋਂ ਗੁਰਪ੍ਰਤਾਪ ਸਿੰਘ ਟਿੱਕਾ ਔਰ ਉਹਨਾਂ ਦੇ ਇੱਕ ਸਾਥੀ ਆ ਪੁਰਾਣੇ ਅਜੇ ਵੀਰਪਾਲ ਸਿੰਘ ਰੰਧਾਵਾ, ਉਹ ਕੱਲ ਬੀਜੇਪੀ ਜੁਆਇਨ ਕਰਕੇ ਅਕਾਲੀ ਦਲ ਦੇ ਵਿੱਚ ਇਹ ਬਹੁਤ ਪੁਰਾਣੇ ਲੋਕਾਂ ਦੀ ਸ਼ਿਫਟ ਹੈ, ਇਹ ਉੱਥੋਂ ਦੂਜੇ ਪਾਸੇ ਨੂੰ ਜਾਣਾ। ਅਕਾਲੀ ਦਲ ਨੇ ਇਹਨਾਂ ਨੂੰ ਮਨਾਉਣ ਦਾ ਯਤਨ ਕੀਤਾ ਨਹੀਂ ਕੀਤਾ, ਇਹ ਵੱਖਰੇ ਇਸ਼ੂਜ਼ ਨੇ, ਪਰ ਜਿਸ ਤਰੀਕੇ ਨਾਲ ਆਪਾਂ ਇਹਨੂੰ ਦੇਖ ਰਹੇ ਹਾਂ, ਹੋਰ ਬੇਚੈਨੀਆਂ ਮਹਿਸੂਸ ਕਰਦੇ ਹੋਰ ਲੀਡਰ ਵੀ ਇਹ ਰਾਹ ਫੜ ਸਕਦਾ, ਇਸ ਤਰ੍ਹਾਂ ਦੀਆਂ ਕੰਸੋਆਂ। ਰੰਧਾਵਾ ਸਾਹਿਬ ਦੇਖੋ, ਇਹ ਕੱਲ ਜਿਹੜੀ ਡਿਵੈਲਪਮੈਂਟ ਹੋਈ ਹੈ, ਗੁਰਪ੍ਰਤਾਪ ਟਿੱਕਾ ਜਿਹੜੇ ਹੈਗੇ ਨੇ ਉਹ ਬਾਦਲ ਪਰਿਵਾਰਾਂ ਦੇ ਬਹੁਤ ਨੇੜਲੇ ਸਾਥੀਆਂ ਚੋਂ ਰਹੇ ਨੇ। ਆਪਾਂ ਤੁਹਾਡੇ ਨਾਲ ਜਦੋਂ ਗੈਰ ਰਸਮੀ ਗੱਲ ਕਰ ਵੀ ਰਹੇ ਸੀ ਤਾਂ ਇਹ ਸੀ ਕਿ ਬਾਲ ਸਾਹਿਬ ਦਾ ਇਹਨਾਂ ਦੇ ਘਰ ਹੀ ਟਿਕਾਣਾ ਰਹਿੰਦਾ ਸੀ, ਵੱਡੇ ਬਾਲ ਸਾਹਿਬ ਦਾ। ਹੁਣ ਜਦ ਦੇ ਉਹ ਗਏ ਨੇ ਉਸ ਤੋਂ ਬਾਅਦ ਇੱਕ ਇੱਥੇ ਅੰਮ੍ਰਿਤਸਰ ਜਾਂ ਤੁਸੀਂ ਕਹ ਲਓ ਮਾਝੇ ਦੇ ਵਿੱਚ ਤਾਂ ਵਿਕਰਮ ਮਜੀਠੀਆ ਹੋਣਾ ਦੀ ਇੱਕ ਆਪਣੀ ਸਲਤਨਤ ਜੀ ਵਿਦਨ ਪਾਰਟੀ ਹੈਗੀ ਹੈ ਔਰ ਕਾਇਮ ਹੈ ਔਰ ਵੱਧਦੀ ਜਾ ਰਹੀ ਹੈ। ਸੋ ਉਹ ਮੈਨੂੰ ਲੱਗਦਾ ਕਿ ਇਹ ਲੜਾਈ ਉਸ ਦੀ ਹੋਈ ਹੈ ਔਰ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਬਾਦਲ ਪਰਿਵਾਰ ਦੇ ਖਾਸ ਸੀ, ਪੁਰਾਣੇ ਸਾਥੀ ਸੀ, ਉਹ ਜਿਵੇਂ ਜਿਵੇਂ ਦੂਰ ਹੁੰਦੇ ਜਾ ਰਹੇ ਹੈ ਜਾਂ ਇਗਨੋਰ ਆਪਣੇ ਆਪ ਨੂੰ ਫੀਲ ਕਰਦੇ ਆ, ਉਹ ਫਿਰ ਪਾਰਟੀ ਨੂੰ ਅਲਵਿਦਾ ਕਹਿ ਰਹੇ, ਜਿਵੇਂ ਇੱਥੇ ਕਹਿਤਾ। ਦੂਜਾ, ਉਹਨਾਂ ਕੋਲ ਇੱਕ ਆਪਸ਼ਨ ਬੜੀ ਅੱਛੀ ਮਿਲ ਗਈ ਹੈ, ਪਹਿਲਾਂ ਵੀ ਉਹ ਲੜਦੇ ਰਹੇ ਹੈ ਬੀਜੇਪੀ ਨਾਲ ਮਿਲ ਕੇ ਇੱਥੇ ਹੀ ਇਹਨਾਂ ਸੀਟਾਂ ਤੇ ਹੀ, ਹੁਣ ਤਾਂ ਸੀਟ ਹੀ ਉਹਨਾਂ ਨੂੰ ਮਿਲ ਸਕਦੀ ਹੈ ਕਿਉਂਕਿ ਬੀਜੇਪੀ ਕੋਲ ਵੀ ਬਹੁਤ ਸਾਰੀਆਂ ਥਾਵਾਂ ਤੇ ਕੈਂਡੀਡੇਟਸ ਹੈ ਨਹੀਂ, ਖਾਸ ਤੌਰ ਤੇ ਜਿਹੜੇ ਸਿੱਖ ਚਿਹਰੇ ਨੇ ਉਹ ਹੈ ਨਹੀਂ ਹੈ। ਤਾਂ ਮੈਨੂੰ ਲੱਗਦਾ ਕਿ ਉਹ ਇਹ ਜਿਹੜੇ ਵਿਅਕਤੀ ਨੇ ਜਿਹੜੇ ਟਕਸਾਲੀ ਅਕਾਲੀ ਵੀ ਨੇ ਔਰ ਬਹੁਤ ਸਾਲਾਂ ਤੋਂ ਬੀਜੇਪੀ ਦੇ ਨਾਲ ਕੁਝ ਸੀਟਾਂ ਤੇ ਲੜਦੇ ਰਹੇ ਨੇ, ਉਹਨਾਂ ਲਈ ਇੱਕ ਚੰਗੀ ਆਪਸ਼ਨ ਹੈ ਵੀ ਇੱਥੇ ਤਾਂ ਉਹਨਾਂ ਨੂੰ ਸੀਟ ਸ਼ਾਇਦ ਨਾ ਮਿਲੇ ਅਕਾਲੀ ਦਲ ਦੇ ਵਿੱਚ, ਲੇਕਿਨ ਅਗਰ ਬੀਜੇਪੀ 'ਚ ਜਾਂਦੇ ਆ ਤਾਂ ਉਹਨਾਂ ਨੂੰ ਸੀਟ ਵੀ ਮਿਲਣੀ ਤੈਅ ਹੈ ਔਰ ਵੋਟ ਵੀ ਮਿਲਣੀ ਤੈਅ ਹੈ, ਕਿਉਂਕਿ ਇੱਥੇ ਇਹ ਚੰਗਾ ਆਧਾਰ ਤਾਂ ਉਹਨਾਂ ਦਾ ਇੱਥੇ ਹੈ ਹੀ ਹੈ। ਇਹ ਮੈਂ ਇਸ ਨੂੰ ਡਿਵੈਲਪਮੈਂਟ ਨੂੰ ਉਸ ਤਰ੍ਹਾਂ ਦੇਖਦਾ। ਔਰ ਦੂਸਰੀ, ਇਹ ਅੰਮ੍ਰਿਤਸਰ ਇੱਕ ਸ਼ਹਿਰੀ ਸਿੱਖ ਹਲਕਾ ਹੈ ਤੇ ਸ਼ਹਿਰੀ ਸਿੱਖ ਆਲਰੇਡੀ ਜਿਹੜੇ ਹੈਗੇ ਨੇ ਉਹ ਬਹੁਤ ਇਗਨੋਰਡ ਨੇ ਪਾਰਟੀ ਦੇ ਵਿੱਚ, ਅਕਾਲੀ ਦਲ ਦੇ ਵਿੱਚ। ਇਸ ਕਰਕੇ ਵੀ ਮੈਨੂੰ ਲੱਗਦਾ ਹੈ ਕਿ ਉਹ ਨਵੀਆਂ ਹੁਣ ਰਾਹਾਂ ਤਲਾਸ਼ ਕਰ ਰਹੇ ਨੇ। ਤੁਸੀਂ ਦੇਖਿਆ ਹੋਣਾ ਪਟਿਆਲਾ ਦੇ ਵਿੱਚ ਆਲਰੇਡੀ ਅਜੀਤਪਾਲ ਸਿੰਘ ਕੋਹਲੀ ਹੋਣੀ ਜਿਹੜੇ ਉਧਰ ਚਲੇ ਗਏ ਹੈਗੇ ਆ ਆਮ ਆਦਮੀ ਪਾਰਟੀ ਦੇ ਵਿੱਚ, ਉਹ ਵੀ ਸੁਰਜੀਤ ਸਿੰਘ ਕੋਹਲੀ ਜਾਂ ਉਹਨਾਂ ਦੇ ਵੀ ਫਾਦਰ ਜਿਹੜੇ ਬਹੁਤ ਸਾਲਾਂ ਤੋਂ ਅਕਾਲੀ ਦਲ 'ਚ ਰਹੇ ਸੀ, ਬਹੁਤ ਟਾਈਮ ਤੋਂ ਇਗਨੋਰਡ ਫੀਲ ਕਰ ਰਹੇ ਸੀਗੇ ਤੇ ਉਹ ਵੀ ਛੱਡ ਗਏ ਆ। ਤੇ ਇਹ ਸ਼ਹਿਰੀ ਸਿੱਖਾਂ ਦੀ ਵੀ ਇੱਕ ਦਿੱਕਤ ਹੈਗੀ ਹੈ। ਮੈਂ ਇਸ ਗੱਲ ਨੂੰ ਮੈਨੂੰ ਇਹ ਨਹੀਂ ਪਤਾ ਪੱਕੇ ਤੌਰ ਤੇ ਕਿ ਗੁਰਪ੍ਰਤਾਪ ਟਿੱਕਾ ਵੀ ਉਹਨਾਂ ਚੋਂ ਹੈਗੇ ਆ ਕਿ ਨਹੀਂ, ਲੇਕਿਨ ਜਿੱਥੇ ਜਿੱਥੇ ਵੀ ਸ਼ਹਿਰੀ ਸਿੱਖ ਵਸੋਂ ਹੈਗੀ ਹੈ ਉੱਥੇ ਉੱਥੇ ਇਹ ਫੀਲਿੰਗ ਹੈਗੀ ਹੈ। ਵੈਸੇ ਵੀ ਪਤਾ ਲੱਗਿਆ ਹੈ ਕਿ ਥੋੜੇ ਅਰਸੇ ਬਾਅਦ ਭਾਰਤੀ ਜਨਤਾ ਪਾਰਟੀ, ਜੇ ਮੰਨ ਲਓ ਗੱਠਜੋੜਾਂ ਦੀਆਂ ਗੱਲਾਂ ਬਹੁਤੀਆਂ ਸਿਰੇ ਨਹੀਂ ਚੜਦੀਆਂ, ਤਾਂ ਉਹ ਵਿਧਾਨ ਸਭਾ ਹਲਕਿਆਂ ਦੇ ਵਿੱਚ ਇੰਚਾਰਜ ਲਾਉਣ ਦੀ ਸੋਚ ਰਹੇ ਨੇ ਕਿ ਅਸੀਂ ਵੀ ਆਪਣੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਦੋਂ ਇਹਨਾਂ ਨੇ ਆਪਣੇ ਸੰਗਠਨ ਨੂੰ ਫਾਈਨਲ ਕਰਨਾ ਹੈ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਹਲਕਾ ਇੰਚਾਰਜ ਵੀ ਲਾ ਦਿਓ ਤਾਂ ਕਿ ਬੰਦੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਸ਼ੁਰੂ ਕਰ ਦੇਣ। ਮਾਝੇ ਦੇ ਵਿੱਚ ਕਾਫੀ ਲੋਕ ਜਿਵੇਂ ਰਤਨ ਸਿੰਘ ਅਜਨਾਲਾ ਦੇ ਪੁੱਤਰ ਬੋਨੀ ਅਜਨਾਲਾ, ਅਮਰਪਾਲ ਸਿੰਘ ਬੋਨੀ ਅਜਨਾਲਾ ਅਜਨਾਲੇ ਦੇ ਵਿੱਚ ਆ। ਹੁਣ ਇਹ ਪੁਰਾਣੇ ਸਮਿਆਂ ਦੇ ਵਿੱਚ ਇੱਥੋਂ ਲੜਦੇ ਹੁੰਦੇ ਸੀ ਬਲਾਰੀਆ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ, ਹੁਣ ਅੱਜ ਕੱਲ ਉੱਥੋਂ ਤਲਬੀਰ ਸਿੰਘ ਗਿੱਲ ਨੂੰ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੋਈ, ਉਹ ਵੀ ਮਜੀਠੀਆ ਦੇ ਬਹੁਤ ਸਹਾਇਕ ਰਹੇ ਨੇ ਨੇੜੇ ਤੇ। ਹੁਣ ਸਵਾਲ ਇਸ ਗੱਲ ਦਾ ਵੀ ਹੈ ਕਿ ਜਿਹੜੇ ਗੁਰਸ਼ਰਨ ਸਿੰਘ ਸ਼ੀਨਾ ਨਿਕਲੇ ਨੇ ਜਿਹੜੇ ਅਜੇ ਸ਼ਾਮਲ ਨਹੀਂ ਹੋਏ, ਉਹ ਰਾਜਾ ਸਾਂਸੀ ਹਲਕੇ ਤੋਂ ਆਪਣੇ ਆਪ ਨੂੰ ਉਮੀਦਵਾਰ ਵਜੋਂ ਮੰਨਦੇ ਆ ਤੇ ਬਹੁਤ ਸਾਰੇ ਜਿਹੜੇ ਕੈਂਡੀਡੇਟ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ, ਉਹ ਆ ਸਕਦੇ ਨੇ। ਤੁਹਾਡੀ ਗੱਲ ਠੀਕ ਹੈ। ਭਾਸਕਰ ਸਾਹਿਬ, ਦੋ ਖਬਰਾਂ ਲੈਣੀਆਂ, ਇੱਕ ਬਹੁਤ ਜਲਦੀ ਚ ਲੈਣੀਆਂ। ਤੁਹਾਡੇ ਹਿੱਸੇ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਟ੍ਰਾਇਲ ਸ਼ੁਰੂ ਹੋ ਜਾਂਦਾ ਕਿ ਕੋਈ ਵਾਰਦਾਤ ਹੁੰਦੀ ਆ
ਤੇ ਪੁਲਿਸ 48 ਘੰਟਿਆਂ ਦੇ ਅੰਦਰ ਅੰਦਰ ਹੀ ਉਹਦੇ ਬਾਰੇ ਮੁੱਢਲੀ ਜਿਹੜੀ ਹੈ ਪ੍ਰੈਸ ਕਾਨਫਰੰਸ ਜਾਂ ਬਾਕੀ ਚੀਜ਼ਾਂ ਕਰ ਦਿੰਦੀ ਹੈ। ਇੱਕ ਤਾਂ ਉਹਦੀ ਗੱਲ ਆ, ਤੇ ਦੂਜੀ ਗੱਲ ਆਪਾਂ ਇੰਦਰਪ੍ਰੀਤ ਜੀ ਕੋਲ ਜਾਵਾਂਗੇ ਕਿ ਬਾਸਮਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਬਾਸਮਤੀ ਸਾਡੀ ਬਾਹਰ ਦੂਜੇ ਦੇਸ਼ਾਂ ਨੂੰ ਜਾਂਦੀ ਸੀ ਖੁਸ਼ਬੂ ਵਾਲੀ, ਉਹਨੂੰ ਆਰਡਰ ਹੀ ਨਹੀਂ ਮਿਲੇ। ਇਹ ਕਿੱਡੀ ਸਾਡੇ ਲਈ ਦੁਖਾਂਤਕ ਖਬਰ ਹੈ ਕਿ ਸਾਨੂੰ ਕੋਈ ਬਾਇਰ ਨਹੀਂ ਮਿਲ ਰਹੇ। ਭਾਸਕਰ ਸਾਹਿਬ, ਪਹਿਲਾਂ ਸੁਪਰੀਮ ਕੋਰਟ ਦੀ ਉਹ ਟਿੱਪਣੀ। ਕੱਲ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਇਹ ਗੱਲ ਆਈ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਪੁਲਿਸ ਜਦ ਮੀਡੀਆ ਬਰੀਫਿੰਗ ਕਰਦੀ ਹੈ ਤੇ ਉਸ ਮੀਡੀਆ ਬਰੀਫਿੰਗ ਦੇ ਰਾਹੀਂ ਇੱਕ ਤਰੀਕੇ ਨਾਲ ਮੀਡੀਆ ਟ੍ਰਾਇਲ ਸ਼ੁਰੂ ਹੋ ਜਾਂਦਾ। 2-3 ਕੇਸਾਂ ਦਾ ਜ਼ਿਕਰ ਵੀ ਕੱਲ ਕੋਰਟ ਦੇ ਵਿੱਚ ਹੋਇਆ, ਜਿਹਦੇ ਵਿੱਚ ਆਰੂਸ਼ੀ ਤਲਵਾਰ ਦਾ ਕੇਸ, ਜਿਹਦੇ ਵਿੱਚ ਕਈ ਵਾਰ ਮਾਤਾ ਪਿਤਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਤੁਹਾਨੂੰ ਯਾਦ ਹੋਏਗਾ ਤਲਵਾਰ ਕੇਸ ਜਿਹੜਾ ਸੀਗਾ, ਉਸ ਕੇਸ ਦੇ ਵਿੱਚ ਵੀ ਉਹਨਾਂ ਕਨਫਿਊਜ਼ਨ ਕਰਕੇ ਕਈ ਵਾਰ ਤੁਸੀਂ ਇਨੋਸੈਂਟ ਵਿਅਕਤੀ ਨੂੰ ਕਿਸੇ ਜਜਮੈਂਟ, ਕਿਸੇ ਆਰਡਰ ਜਾਂ ਕੋਰਟ ਦੀ ਕਾਰਵਾਈ ਤੋਂ ਬਗੈਰ ਤੁਸੀਂ ਦੋਸ਼ੀ ਕਰਾਰ ਦੇ ਦਿੰਦੇ ਹੋ, ਉਹਨੂੰ ਕਹਿੰਦੇ ਮੀਡੀਆ ਟ੍ਰਾਇਲ। ਉਸ ਤੋਂ ਇਲਾਵਾ ਸੁਸ਼ਾਂਤ ਰਾਜਪੂਤ ਦੀ ਸੁਸਾਈਡ ਦੇ ਕੇਸ ਦੇ ਵਿੱਚ ਵੀ ਉਹ ਸੁਸਾਈਡ ਹੈ, ਹੱਤਿਆ ਹੈ, ਤੇ ਕਈ ਤਰੀਕੇ ਨਾਲ ਮੀਡੀਆ ਦੇ ਵਿੱਚ ਥਿਉਰੀਆਂ ਚੱਲਦੀ ਰਹੀ। ਔਰ ਕਈ ਵਾਰ ਐਦਾਂ ਦੀ ਚਲਾਈ ਗਈ ਮੀਡੀਆ ਟ੍ਰਾਇਲ ਕਿਸੇ ਜੱਜ ਨੂੰ ਵੀ ਇਨਫਲੂਐਂਸ ਕਰ ਦਿੰਦੀ ਹੈ ਕਿ ਉਹਨੂੰ ਕੋਈ ਫੈਸਲਾ ਉਸ ਪੱਖ ਦੇ ਵਿੱਚ ਦੇਣਾ ਪੈਂਦਾ। ਹੁਣ ਹਾਲਾਤ ਐਵੇਂ ਨੇ ਕਿ ਇਸ ਮੁੱਦੇ ਦੇ ਉੱਤੇ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਮੈਨੂਅਲ ਤਿਆਰ ਕਰੋ, ਔਰ ਜਿਹਦੇ ਵਿੱਚ ਪੁਲਿਸ ਕੋਈ ਬਰੀਫਿੰਗ ਦਿੰਦੀ ਹੈ ਕਿਸੇ ਕੇਸ ਦੇ ਵਿੱਚ, ਤੇ ਉਸ ਬਰੀਫਿੰਗ ਦੇ ਵਿੱਚ ਜਿਹੜਾ ਵੀ ਕੋਈ ਚੀਜ਼ ਮੀਡੀਆ ਨੂੰ ਦੱਸੀ ਜਾਂਦੀ ਹੈ ਉਹਦੇ ਵਾਸਤੇ ਅਗਰ ਗਾਈਡਲਾਈਨਸ ਹੋਏਗੀ ਤੇ ਇਸ ਤਰੀਕੇ ਦੇ ਮੀਡੀਆ ਟ੍ਰਾਇਲ ਤੋਂ ਬਚਿਆ ਜਾ ਸਕਦਾ। ਔਰ ਨਾਲ ਦੇ ਨਾਲ ਸਾਰੇ ਸੂਬਿਆਂ ਦੇ ਡੀਜੀਪੀਜ਼ ਨੂੰ ਵੀ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਤੁਸੀਂ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ 1 ਮਹੀਨੇ ਦੇ ਅੰਦਰ ਅੰਦਰ ਸਜੈਸ਼ਨਸ ਦਿਓ ਕਿ ਕਿਸ ਤਰੀਕੇ ਨਾਲ ਇਸ ਚੀਜ਼ ਨੂੰ, ਜਿਹਨੂੰ ਆਪਾਂ ਮੀਡੀਆ ਟ੍ਰਾਇਲ ਕਹਿ ਰਹੇ ਹਾਂ, ਰੋਕਿਆ ਜਾ ਸਕਦਾ ਹੈ। ਨਾਲ ਦੇ ਨਾਲ ਹਿਊਮਨ ਰਾਈਟਸ ਕਮਿਸ਼ਨ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਇਸ ਤਰ੍ਹਾਂ ਦੇ ਸਜੈਸ਼ਨ ਦੇਣ ਵਾਸਤੇ ਕਿਹਾ ਹੈ। ਇਹ ਰੰਧਾਵਾ ਜੀ, ਸਾਨੂੰ ਜਦ ਜਰਨਲਿਜ਼ਮ ਪੜ੍ਹਾਇਆ ਜਾਂਦਾ ਹੈ ਉਹਦੇ ਵਿੱਚ ਖਾਸ ਤੌਰ ਤੇ ਚੇਚੇ ਤੌਰ ਤੇ ਇਹ ਗੱਲ ਦੱਸੀ ਜਾਂਦੀ ਹੈ ਕਿ ਤੁਸੀਂ ਕਿਸੇ ਨੂੰ ਵੀ ਚੋਰ, ਉਹਦੇ ਜਦ ਤੱਕ ਉਹ ਕਨਵਿਕਟ ਨਹੀਂ ਹੁੰਦਾ, ਚੋਰ ਨਹੀਂ ਕਹਿ ਸਕਦੇ, ਰੇਪਿਸਟ ਨਹੀਂ ਕਹਿ ਸਕਦੇ। ਪਰ ਕਈ ਵਾਰ ਮੀਡੀਆ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦਾ ਹੈ, ਜਿਹਦੇ ਕਰਕੇ ਮੀਡੀਆ ਆਪ ਵੀ ਟਰਬਲ ਦੇ ਵਿੱਚ ਆ ਸਕਦਾ ਹੈ, ਕਿਉਂਕਿ ਅਨਲੈਸ ਐਂਡ ਅੰਟਿਲ ਕਨਵਿਕਟਡ ਬਾਈ ਦਾ ਕੋਰਟ ਕੋਈ ਵੀ ਵਿਅਕਤੀ ਦੋਸ਼ੀ ਨਹੀਂ ਕਰਾਰ ਦਿੱਤਾ ਜਾ ਸਕਦਾ। ਪਰ ਮੀਡੀਆ ਦੇ ਵਿੱਚ ਕਈ ਵਾਰ ਐਦਾਂ ਦੇ ਸ਼ਬਦਾਂ ਦਾ ਯੂਜ਼ ਕੀਤਾ ਜਾਂਦਾ ਹੈ ਕਿ ਬਲਤਕਾਰੀ ਜਾਂ ਫਿਰ ਚੋਰ ਜਾਂ ਫਿਰ ਇਸ ਤਰੀਕੇ ਦੇ ਸ਼ਬਦਾਂ ਨੂੰ ਕੱਲ ਸੁਪਰੀਮ ਕੋਰਟ ਦਾ ਇਸ ਮੁੱਦੇ ਦੇ ਉੱਤੇ ਕੱਲ ਗੱਲਬਾਤ ਹੋਈ ਔਰ ਇੱਕ ਸਹੀ ਦਿਸ਼ਾ ਦੇ ਉੱਤੇ ਉਠਾਇਆ ਹੋਇਆ ਕਦਮ ਹੈ, ਕਿਉਂਕਿ ਜਦ ਤੱਕ ਕੋਈ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ, ਉਹਨੂੰ ਅਗਰ ਮੀਡੀਆ ਦੋਸ਼ੀ ਕਰਾਰ ਦੇ ਦੇ ਤੇ ਫਿਰ ਸਾਰੀ ਗੱਲਾਂ ਦੂਜੇ ਪਾਸੇ ਲੰਘ ਜਾਂਦੀ ਹੈ। ਔਰ ਦੂਜੇ ਪਾਸੇ ਸੁਧੀਰ ਚੌਧਰੀ ਜਿਹੜੇ ਬੜੇ ਇੱਕ ਵਕਤਾ, ਬੜੇ ਵੱਡੇ ਪੱਤਰਕਾਰ ਵੀ ਹੈਗੇ ਨੇ ਔਰ ਆਜ ਤੱਕ ਚੈਨਲ ਦੇ ਵਿੱਚ ਵੀ ਹੈਗੇ ਨੇ, ਉਹਨਾਂ ਦੇ ਉੱਤੇ ਵੀ ਕਰਨਾਟਕਾ ਦੇ ਵਿੱਚ ਇੱਕ FIR ਦਰਜ ਹੋ ਗਈ। ਕਾਰਨ ਸੀਗਾ ਕਿ ਉੱਥੇ ਮਾਈਨੋਰਿਟੀ ਕਮਿਊਨਿਟੀ ਵਾਸਤੇ ਇੱਕ ਸਕੀਮ ਚਾਲੂ ਕੀਤੀ, ਜਿਸ ਸਕੀਮ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਗਰ ਕੋਈ ਮੁਸਲਿਮ ਨਾ ਲਈਏ ਤੇ ਬੈਟਰ ਹੈਗਾ ਕਿ ਆਟੋ ਜਾਂ ਫਿਰ ਕੋਈ ਵੀ ਵਹੀਕਲ ਖਰੀਦਦਾ ਤੇ ਉਹਨੂੰ 50% ਦੀ ਸਬਸਿਡੀ ਦਿੱਤੀ ਜਾਏਗੀ। ਤੇ ਉਹਦੇ ਉੱਤੇ ਸੁਧੀਰ ਚੌਧਰੀ ਉਹਨਾਂ ਨੇ ਸਵਾਲ ਕੀਤਾ ਸੀ ਕਿ ਵੀ ਹਿੰਦੂਆਂ ਦਾ ਕੀ। ਇਸ ਗੱਲ ਦੇ ਉੱਤੇ ਕੋਗਨੀਜੈਂਸ ਲੈਂਦੇ ਹੋਏ ਕਰਨਾਟਕਾ ਸਰਕਾਰ, ਖਾਸ ਕਰਕੇ ਡਿਪਟੀ ਚੀਫ ਮਿਨਿਸਟਰ, ਉਹਨਾਂ ਦੇ ਕਹਿਣ ਤੇ FIR ਦਰਜ ਹੋ ਗਈ ਹੈ ਸੁਧੀਰ ਚੌਧਰੀ ਦੇ ਖਿਲਾਫ। ਔਰ ਸੁਧੀਰ ਚੌਧਰੀ ਉਹਨਾਂ ਦਾ ਵੀ ਸਵਾਲ ਹੈ ਵੇ ਕਿ ਮੇਰੇ ਸਵਾਲ ਖੜੇ ਕਰਨ ਤੇ ਅਗਰ ਕੋਈ ਮੇਰੇ ਖਿਲਾਫ FIR ਦਰਜ ਹੋਈ ਹੈ ਤੇ ਮੈਂ ਆਪਣੇ ਸਵਾਲ ਤੇ ਖੜਾ, ਤੇ ਹੁਣ ਕੋਰਟ ਵਿੱਚ ਮਿਲਾਂਗੇ। ਇਹ ਮਾਮਲਾ ਵੀ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ। ਇੰਦਰਪ੍ਰੀਤ ਜੀ, ਬਹੁਤ ਸੰਖੇਪ ਦੇ ਵਿੱਚ ਪੰਜਾਬ ਦੇ ਬਾਸਮਤੀ ਕਾਸ਼ਤਕਾਰਾਂ ਨੂੰ ਝਟਕਾ ਲੱਗ ਗਿਆ ਕਿਉਂਕਿ ਵਪਾਰੀਆਂ ਨੂੰ ਇਸ ਵਾਰੀ ਆਰਡਰ ਨਹੀਂ ਮਿਲ ਰਹੇ। ਕੀ ਕਾਰਨ ਹੈ? ਕੀ ਮੁਸ਼ਕਲ ਆਈ? ਕੋਈ ਟੈਕਨੀਕਲ ਪੰਗਾ ਹੈ ਜਾਂ ਸਾਡੀ ਬਾਸਮਤੀ ਹੁਣ ਖਾਣਯੋਗ ਨਹੀਂ ਰਹੀ? ਉਹਨਾਂ ਨੂੰ ਲੱਗਦਾ ਅਸੀਂ ਜ਼ਹਿਰਾਂ ਨਾਲ ਖੇਡਦੇ ਹਾਂ। ਕੀ ਕਾਰਨ ਹੈ? ਤੁਸੀਂ ਜਰਾ ਖੁੱਲ ਕੇ ਸਮਝਾਓ। ਨਹੀਂ, ਇਸ ਵਾਰ ਟੈਕਨੀਕਲ ਨਹੀਂ ਹੈ ਇਹ ਇਸ਼ੂ। ਜਿਹੜਾ ਹੈਗਾ ਉਹ ਇਹਦੇ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀ MEP ਜਿਹੜੀ ਕੀਤੀ ਹੈ, ਮਿਨੀਮਮ ਐਕਸਪੋਰਟ ਪ੍ਰਾਈਸ ਜਿਹੜੀ ਨਿਸ਼ਚਿਤ ਕੀਤੀ ਹੈ, ਉਹ $1200 ਪ੍ਰਤੀ ਟਨ ਰੱਖੀ ਹੈ, ਜਿਹੜੀ ਕਿ ਮਤਲਬ ਕਿ ਬਹੁਤ ਜ਼ਿਆਦਾ ਮਹਿੰਗੀ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ। 39,000 ਰੁਪਏ ਪਰ ਕੁਇੰਟਲ ਦਾ ਰੇਟ ਬਣਦਾ ਇਸ ਹਿਸਾਬ ਨਾਲ, ਜੋ ਮੈਂ ਹੁਣ ਕੈਲਕੂਲੇਟ ਕਰ ਰਿਹਾ ਸੀਗਾ ਕਿ 39,000 ਰੁਪਏ ਪਰ ਕੁਇੰਟਲ ਦਾ ਅਗਰ ਤੁਹਾਡੇ ਕੋਲ ਆਰਡਰ ਹੈਗਾ, ਇਸ ਰੇਟ ਦੇ ਉੱਤੇ ਆਰਡਰ ਹੈਗਾ, ਤਾਂ ਤੁਸੀਂ ਐਕਸਪੋਰਟ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਕਰ ਸਕਦੇ। ਸੋ ਇਹਨਾਂ ਦਿਨਾਂ ਦੇ ਵਿੱਚ ਹੀ ਮਿਡਲ ਈਸਟ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੁੰਦੀ ਹੈ ਐਕਸਪੋਰਟਾਂ ਦੀ। ਉੱਥੇ ਸਾਰੇ ਆਰਡਰਸ ਜਿਹੜੇ ਹੈਗੇ ਆ ਉਹ ਮਿਲਦੇ ਨੇ, ਵੱਖ-ਵੱਖ ਕੰਟਰੀ ਜਿਹੜੇ ਆਉਂਦੇ ਆ ਉਹ ਉੱਥੇ ਸਾਈਨ ਕਰਦੇ ਆ ਕਿ ਵੀ ਕਿਹਨੂੰ ਕਿੰਨਾ ਚਾਹੀਦਾ ਹੈ, ਉਹ ਕੰਪਨੀਆਂ ਨੂੰ ਆਰਡਰ ਦੇ ਦਿੰਦੇ ਆ ਉੱਥੇ ਹੀ। ਤੇ ਕਿਉਂਕਿ ਹੁਣ ਇਸ ਅਗਲੇ ਮਹੀਨੇ ਤੋਂ ਕਟਾਈ ਸ਼ੁਰੂ ਹੋ ਜਾਣੀ ਹੈ, ਅਕਤੂਬਰ ਤੋਂ,
ਤੇ ਲਗਾਤਾਰ ਫਿਰ ਮਹੀਨਾ ਕੁ ਚੱਲਣਾ ਹੈ, ਫਿਰ ਉਸ ਤੋਂ ਬਾਅਦ ਸ਼ੈਲਿੰਗ ਹੋਣੀ ਹੈ, ਸ਼ੈਲਿੰਗ ਤੋਂ ਬਾਅਦ ਇਹ ਸਾਰਾ ਤਿਆਰ ਹੋ ਕੇ ਮਤਲਬ ਇਹ ਜਾ ਕੇ ਨਵੰਬਰ ਦਸੰਬਰ ਦੇ ਵਿੱਚ ਇਹ ਐਕਸਪੋਰਟ ਦੇ ਆਰਡਰ ਜਿਹੜੇ ਆ ਉਹ ਜਾਣੇ ਨੇ। ਪਰ ਤਿਆਰ ਅੱਜ ਹੀ ਹੁੰਦੇ, ਆਰਡਰ ਤਾਂ ਨਹੀਂ ਅੱਜ ਹੀ ਮਿਲ ਜਾਂਦੇ ਆ। ਮਤਲਬ ਕਿ ਮੈਂ ਮਾਰਕੀਟ ਚੋਂ ਪਰਚੇਜ਼ ਇਹਨਾਂ ਆਰਡਰਸ ਤੇ ਹੀ ਕਰਦਾ। ਜੇ ਮੇਰੇ ਕੋਲ ਆਰਡਰ ਹੀ ਨਹੀਂ ਹੈ ਤਾਂ ਮੈਂ ਮਾਰਕੀਟ ਤੋਂ ਪਰਚੇਜ਼ ਕਿਵੇਂ ਕਰੂੰਗਾ? ਤਾਂ ਮੈਨੂੰ ਲੱਗਦਾ ਕਿ ਹੁਣ ਸਾਡੀਆਂ ਕੰਪਨੀਆਂ ਕੋਲ ਆਰਡਰਸ ਹੈ ਨਹੀਂ ਹੈ ਇਸ ਰੇਟ ਦੇ ਉੱਤੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਵਾਰੀ ਜਿਹੜਾ ਬਾਸਮਤੀ ਦਾ ਜਿਹੜਾ ਰਕਬਾ ਹੈ ਜਾਂ ਜਿਹਨੂੰ ਐ ਕਹੀਏ ਬਾਸਮਤੀ ਦਾ ਜੋ ਰੇਟ ਹੈ ਉਹ ਕਿਸਾਨਾਂ ਨੂੰ ਜ਼ਿਆਦਾ ਮਿਲ ਸਕੇਗਾ, ਬਹੁਤ ਘੱਟ ਮਿਲੇਗਾ ਇਸ ਵਾਰੀ, ਕਿਉਂਕਿ ਐਕਸਪੋਰਟ ਸਾਡਾ ਇਫੈਕਟ ਹੋ ਰਿਹਾ। ਇਹ ਬੜੀ ਦੁਵਿਧਾਪੂਰਨ ਗੱਲ ਹੈ। ਇੱਕ ਪਾਸੇ ਤਾਂ ਅਸੀਂ ਆਪਣੇ ਕਿਸਾਨਾਂ ਨੂੰ ਕਹਿ ਰਹੇ ਹਾਂ ਵੀ ਜਿਹੜੀ ਰੂਟੀਨ ਵਾਲਾ ਚਾਵਲ ਹੈਗਾ ਪਰਮਲ, ਜਿਹਨੂੰ ਅਸੀਂ ਸਾਡੇ ਕਿਸਾਨ ਜ਼ਿਆਦਾ ਉਹ ਉਗਾਉਂਦੇ ਆ, ਵੀ ਉਹਨੂੰ ਛੱਡ ਕੇ ਬਾਸਮਤੀ ਦੇ ਉੱਤੇ ਜਾਓ, ਕਿਉਂਕਿ ਬਾਸਮਤੀ ਦਾ ਟੈਨਿਓਰ ਵੀ ਘੱਟ ਹੁੰਦਾ ਹੈ ਔਰ ਉਹ ਪਾਣੀ ਵੀ ਘੱਟ ਖਪਤ ਕਰਦੀ ਹੈ ਤੇ ਪ੍ਰਾਈਸ ਵੀ ਅੱਛਾ ਮਿਲ ਜਾਂਦਾ ਹੈ। ਤੇ ਦੂਜੇ ਪਾਸੇ ਔਰ ਉਹਦੀ ਜਿਹੜੀ ਕੀ ਨਾਮ ਹੈ ਪਰਾਲੀ ਵੀ ਹੈ, ਉਹ ਵੀ ਪਸ਼ੂਆਂ ਦੇ ਖਾਣ ਦੇ ਉੱਤੇ ਕੰਮ ਆ ਜਾਂਦੀ ਹੈ, ਉਹ ਇਹਦੇ ਜਿੰਨੀ ਨੁਕਸਾਨਦੇਹ ਨਹੀਂ ਹੁੰਦੀ ਜਿੰਨੀ ਪਰਮਲ ਦੀ ਹੁੰਦੀ ਹੈ। ਸੋ ਇੱਕ ਪਾਸੇ ਤਾਂ ਅਸੀਂ ਬਾਸਮਤੀ ਨੂੰ ਇਸ ਤਰ੍ਹਾਂ ਪ੍ਰਮੋਟ ਕਰ ਰਹੇ ਹਾਂ, ਦੂਸਰੇ ਪਾਸੇ ਜਿਹੜੇ ਬੰਦੇ ਲਗਾਣਗੇ ਹੁਣ ਉਹੀ ਬੰਦੇ ਅਗਰ ਐਕਸਪੋਰਟ ਹੀ ਨਹੀਂ ਕਰ ਪਾ ਰਹੇ ਜਾਂ ਐਕਸਪੋਰਟਰਸ ਨੂੰ ਆਪਣਾ ਵੇਚ ਨਹੀਂ ਪਾਣਗੇ ਤਾਂ ਫਿਰ ਉਹਨਾਂ ਦੀ ਖਰੀਦੂਗਾ ਕੌਣ? ਸੋ ਇਹ ਦੋਨੋਂ ਗੱਲਾਂ ਜਿਹੜੀਆਂ ਨੇ ਵਿਰੋਧਾਭਾਸੀ ਨੇ, ਪਰਸਪਰ ਵਿਰੋਧੀ ਨੇ, ਤੇ ਮੈਨੂੰ ਲੱਗਦਾ ਕਿ ਇਹਦੇ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਉਹ ਬਹੁਤ, ਖਾਸ ਤੌਰ ਤੇ ਜਿਹੜੇ ਇੰਡੀਆ ਦੇ ਕਿਸਾਨ ਨੇ ਉਹਨਾਂ ਦਾ ਬਹੁਤ ਨੁਕਸਾਨ ਹੋਣਾ ਹੈ, ਕਿਉਂਕਿ ਐਕਸਪੋਰਟਰ ਨੇ ਤਾਂ ਆਪਣਾ ਮਾਲ ਚੁੱਕਣਾ ਹੀ ਚੁੱਕਣਾ, ਉਹਨਾਂ ਨੇ ਤਾਂ ਲੈ ਹੀ ਲੈਣਾ, ਉਹ ਇੱਥੋਂ ਨਹੀਂ ਲੈਣਗੇ ਤਾਂ ਪਾਕਿਸਤਾਨ ਤੋਂ ਲੈ ਲੈਣਗੇ। ਤੇ ਇਸ ਵਾਰ ਵੀ ਦੇਖਣ ਚ ਆਇਆ ਕਿ ਉਹਨਾਂ ਨੂੰ ਪਾਕਿਸਤਾਨ ਤੋਂ ਜਿਹੜਾ ਆਰਡਰ ਹੈ ਉਹ ਬਹੁਤ ਜ਼ਿਆਦਾ ਮਿਲਿਆ। ਇਹ ਗਵਰਨਮੈਂਟ ਨੂੰ ਵੀ ਟੇਕ ਅਪ ਕਰਨ ਦੀ ਲੋੜ ਆ, ਪੰਜਾਬ ਸਰਕਾਰ ਦੇ ਅਧਿਕਾਰੀ ਜੀ ਚਾਹੀਦਾ ਉੱਪਰ ਜਿਹੜੀ ਭਾਰਤ ਸਰਕਾਰ ਦੇ ਸੰਬੰਧਿਤ ਲੋਕ ਆ ਉਹਨਾਂ ਨਾਲ ਇਸ ਮਸਲੇ ਨੂੰ ਵਿਚਾਰਨ ਤੇ ਇਹਦੇ ਉੱਤੇ ਕੋਈ ਕਾਰਵਾਈ ਕਰਵਾਉਣ, ਨਹੀਂ ਤਾਂ ਫਿਰ ਜਿਹੜੀ ਫਸਲੀ ਵਿਭਿੰਨਤਾ ਦੀ ਦਾਅਵੇਦਾਰੀ ਤੇ ਦਮਗਜੇ ਨੇ ਇਹ ਖਾਲੀ ਸ਼ੋਸ਼ੇਬਾਜ਼ੀ ਤੋਂ ਵੱਧ ਕੁਝ ਨਹੀਂ ਹੋਣਗੇ। ਬਹੁਤ ਮਿਹਰਬਾਨੀ, ਧੰਨਵਾਦ।